ਸ਼ਲੋਕ 12 ਤੇ ਵਧੇਕ ਸਿਰਲੇਖ ਹੇਠਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1410 ਤੋਂ ਆਰੰਭ ਹੁੰਦੇ ਹੋਏ ਜਿਹੜੇ ਸ਼ਲੋਕ ਦਰਜ ਹਨ, ਉਹਨਾਂ ਦੀ ਲੜੀਵਾਰ ਵਿਚਾਰ ਅਸੀਂ ਪਿਛਲੇ ਹਫ਼ਤੇ ਆਰੰਭ ਕੀਤੀ ਸੀ। 4 ਸ਼ਲੋਕਾਂ ਦੀ ਵਿਚਾਰ ਅਸੀਂ ਕਰ ਚੁੱਕੇ ਹਾਂ। ਅੱਜ 5ਵੇਂ ਸ਼ਲੋਕ ਤੋਂ ਅੱਗੇ ਵਿਚਾਰ ਜਿਹੜੀ ਹੈ ਕੰਟੀਨਿਊ ਕਰਾਂਗੇ। ਸੋ ਪਹਿਲਾਂ 5ਵੇਂ ਸ਼ਲੋਕ ਦਾ ਪਾਠ ਕਰ ਲੈਂਦੇ ਹਾਂ। ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿੱਤ ਨਾ ਰਹਿਓ ਕੋਈ, ਭਾਈ ਬੰਦੀ ਹੇਤ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਇਸ ਸ਼ਲੋਕ ਦੇ ਅੰਦਰ ਵੀ ਕੁਝ ਦੁਨੀਆ ਦੇ ਹਾਲਾਤਾਂ ਬਾਰੇ ਹੀ ਹੈਰਾਨੀ, ਅਚਰਜਤਾ ਦਾ ਭਾਵ ਜਿਹੜਾ ਹੈ ਜ਼ਾਹਿਰ ਕੀਤਾ ਗਿਆ ਹੈ। ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਹਨ ਕਿ ਬਈ ਬੜੀ ਅਜੀਬ ਜਿਹੀ ਹਾਲਾਤ ਹੈ, ਦੁਨੀਆ ਕਿਹੋ ਜਿਹੀ ਹੋ ਗਈ ਹੈ, ਕਿਸ ਤਰ੍ਹਾਂ ਦੀ ਦੁਨੀਆ ਬਣ ਗਈ ਹੈ। ਪਰ ਗੁਰੂ ਨਾਨਕ ਸਾਹਿਬ ਦੇ ਇਸ ਅਚਰਜਤਾ, ਹੈਰਾਨ ਦੇ ਭਾਵ ਪੇਸ਼ ਕਰਨ ਦੇ ਪਿੱਛੇ ਕਾਰਨ ਦੁਨਿਆਵੀ ਨਹੀਂ ਹਨ। ਜਿਵੇਂ ਅਸੀਂ ਕਲਾਸ ਦੇ ਆਰੰਭਤਾ ਤੋਂ ਪਹਿਲਾਂ ਵਿਚਾਰਾਂ ਕਰ ਰਹੇ ਸਾਂ, ਉਹਦੇ ਵਿੱਚ ਸਾਡੇ ਦੁਨਿਆਵੀ ਤਕਲੀਫਾਂ ਦੇ ਕਾਰਨ ਤੇ ਹੋਰ ਜਿਹੜੇ ਦੁਨਿਆਵੀ ਸਾਧਨਾਂ ਦੀ ਮਿਸਯੂਜ਼ ਜਾਂ ਉਹਨਾਂ ਦੀ ਕੁਵਰਤੋਂ ਦੀ ਗੱਲਾਂ ਕਰਕੇ ਅਸੀਂ ਕਹਿ ਰਹੇ ਸਾਂ ਕਿ ਵੀ ਦੇਖੋ ਹਾਲਾਤ ਕਿਹੋ ਜਿਹੇ ਹੋ ਗਏ ਹਨ, ਕਿਹੋ ਜਿਹੀ ਸਰਕਾਰ ਤੇ ਕਿਹੋ ਜਿਹੇ ਹਾਲਾਤ ਨੇ। ਪਰ ਗੁਰੂ ਨਾਨਕ ਪਾਤਸ਼ਾਹ ਸਾਰੀ ਦੁਨੀਆ ਦੀ ਅਚਰਜਤਾ ਇਸ ਗੱਲ ਪਿੱਛੇ ਨਹੀਂ ਬਿਆਨ ਕਰ ਰਹੇ ਕਿ ਵੀ ਦੁਨਿਆਵੀ ਤੌਰ ਦੇ ਉੱਤੇ ਕੋਈ ਜਾਂ ਮਾਇਕ ਸਾਧਨਾ ਦੀ ਕੋਈ ਕੁਵਰਤੋਂ ਹੋ ਰਹੀ ਹੈ, ਪਰ ਉਹ ਇਨਸਾਨੀ ਫਿਤਰਤ, ਇਨਸਾਨੀ ਸੁਭਾਅ ਦੇ ਬਾਰੇ ਹੈਰਾਨ ਹੋ ਕੇ ਕੁਝ ਵਿਚਾਰਾਂ ਸਾਂਝੀਆਂ ਕਰ ਰਹੇ ਹਨ। ਪਰ ਹੈਰਾਨੀ ਉਹ ਵੀ ਜ਼ਾਹਿਰ ਕਰ ਰਹੇ ਹਨ ਕਿ ਦੁਨੀਆ ਕੈਸੀ ਹੋਈ, ਕਿਹੋ ਜਿਹੀ ਅਜੀਬ ਦੁਨੀਆ ਬਣ ਗਈ ਹੈ, ਕਿਹੋ ਜਿਹੇ ਪਾਸੇ ਤੁਰਦੀ ਜਾ ਰਹੀ ਹੈ ਕਿ ਲੋਕਾਂ ਨੂੰ ਇਹ ਅਹਿਸਾਸ ਹੀ ਨਹੀਂ ਹੈ ਕਿ ਉਹ ਇਸ ਸ੍ਰਿਸ਼ਟੀ ਦੇ ਵਿੱਚ ਪਰਮਾਤਮਾ ਵੱਲੋਂ ਭੇਜੇ ਗਏ ਹਨ, ਕਿਸ ਮਕਸਦ ਵਾਸਤੇ ਭੇਜੇ ਗਏ ਹਨ ਤੇ ਉਹ ਕਰ ਕੀ ਰਹੇ ਹਨ। तो दूसरी पंक्ति गुरु साहब कहते हैं कि सालक मित ना रहो कोई। सालक तो भाव है सही जीवन राह ਦੀ ਸੋਝੀ ਰੱਖਣ ਵਾਲਾ, ਜਿਹਨੂੰ ਗੁਰਬਾਣੀ ਦੇ ਅੰਦਰ ਸੰਤ ਭਗਤ ਦੇ ਲਫ਼ਜ਼ਾਂ ਦੇ ਨਾਲ ਵੀ ਬਿਆਨ ਕੀਤਾ ਗਿਆ ਹੈ। ਉਹ ਇਨਸਾਨ ਜਿਹਨੂੰ ਜੀਵਨ ਦੇ ਸਹੀ ਮਨੋਰਥ ਦੀ ਸੋਝੀ ਹੈ, ਜਿਹਨੂੰ ਸਮਝ ਹੈ, ਜਿਹੜਾ ਆਪ ਵੀ ਜੀਵਨ ਦੇ ਮਨੋਰਥ ਨੂੰ ਸਮਝਦਾ ਹੈ ਤੇ ਦੂਜਿਆਂ ਨੂੰ ਵੀ ਉਹਦੇ ਬਾਰੇ ਜਾਣਕਾਰੀ ਦਿੰਦਾ ਹੈ, ਉਹਨਾਂ ਨਾਲ ਵੀ ਸਾਂਝ ਪਾਉਂਦਾ ਹੈ, ਜਿਹੜਾ ਦੂਜਿਆਂ ਨੂੰ ਵੀ ਜੀਵਨ ਸਹੀ ਜੀਵਨ ਮਾਰਗ ਦੀ ਸੇਧ ਬਖਸ਼ਦਾ ਹੈ। ਉਹਦੇ ਵਾਸਤੇ ਲਫ਼ਜ਼ ਆਇਆ ਹੈ ਸਾਲਕ। ਮਿੱਤ ਦਾ ਅਰਥ ਹੈ ਮਿੱਤਰ, ਪਰ ਇੱਥੇ ਸਾਲਕ ਔਰ ਮਿੱਤ ਇਕੱਠੇ ਵਰਤੋਂ 'ਚ ਆਏ ਹਨ, ਜਿਵੇਂ ਕਿ ਇੱਕੋ ਹੀ ਇਨਸਾਨ ਵਾਸਤੇ ਇਹ ਇਕੱਠੇ ਵਰਤੇ ਗਏ ਹਨ ਕਿ ਉਹ ਇਨਸਾਨ ਜੋ ਸਾਰੀ ਦੁਨੀਆ ਦਾ ਲੁਕਾਈ ਦਾ ਮਿੱਤਰ ਹੈ ਅਤੇ ਜੋ ਜੀਵਨ ਦਾ ਸਹੀ ਮਾਰਗ ਸਮਝਣ ਵਾਲਾ ਹੈ, ਜੋ ਆਪ ਸਹੀ ਰਸਤੇ ਤੇ ਤੁਰਦਾ ਹੈ ਤੇ ਦੂਜਿਆਂ ਨੂੰ ਵੀ ਸਹੀ ਜੀਵਨ ਰਾਹ ਦੱਸਦਾ ਹੈ, ਸਿਖਾਉਂਦਾ ਹੈ। ਗੁਰੂ ਸਾਹਿਬ ਇੱਥੇ ਗੱਲ ਬਿਆਨ ਕਰ ਰਹੇ ਹਨ ਕਿ ਇਹੋ ਜਿਹਾ ਲੋਕਾਂ ਦਾ ਮਿੱਤਰ ਜਿਹੜਾ ਉਹਨਾਂ ਨੂੰ ਸਹੀ ਰਾਹ ਤੇ ਪਾ ਸਕੇ ਕੋਈ ਨਜ਼ਰ ਨਹੀਂ ਆਉਂਦਾ। ਨਾ ਰਹਿਓ ਕੋਈ, ਇਹੋ ਜਿਹਾ ਕੋਈ ਨਜ਼ਰ ਨਹੀਂ ਆ ਰਿਹਾ, ਕੋਈ ਬਚਿਆ ਹੋਇਆ ਲੱਗਦਾ ਨਹੀਂ ਹੈ ਜਿਹੜਾ ਆਪ ਵੀ ਠੀਕ ਰਾਹ ਤੇ ਤੁਰੇ, ਦੂਜਿਆਂ ਨੂੰ ਵੀ ਠੀਕ ਰਾਹ ਦੀ ਸੋਝੀ ਬਖਸ਼ੇ। ਇਹੋ ਜਿਹਾ ਸਿਆਣਾ ਸੂਝਵਾਨ ਇਨਸਾਨ ਕੋਈ ਨਜ਼ਰ ਨਹੀਂ ਆਉਂਦਾ। ਉਹ ਸਾਲਕ ਮਿੱਤ ਇੱਕੋ ਹੀ ਵਿਅਕਤੀ ਦੇ ਵਾਸਤੇ ਇਸ਼ਾਰਾ ਕਰਦੇ ਹਨ ਕਿ ਐਸਾ ਪ੍ਰਭੂ ਦਾ ਪਿਆਰਾ, ਪ੍ਰਭੂ ਦਾ ਭਗਤ, ਜਿਹਨੂੰ ਮਨੁੱਖਾ ਜੀਵਨ ਦੇ ਮਨੋਰਥ ਦੀ ਸਮਝ ਵੀ ਹੋਵੇ, ਆਪ ਤਾਂ ਉਸ ਸਹੀ ਰਾਹ ਤੇ ਤੁਰੇ ਹੀ ਤੁਰੇ, ਦੂਜਿਆਂ ਨੂੰ ਵੀ ਸਹੀ ਰਾਹ ਤੇ ਤੁਰਨ ਦੀ ਪ੍ਰੇਰਨਾ ਔਰ ਸਮਝ ਬਖਸ਼ਿਸ਼ ਕਰੇ। ਉਹ ਪਹਿਲੀਆਂ 2 ਪੰਕਤੀਆਂ ਦੇ ਅੰਦਰ ਦੁਨੀਆ ਦੀ ਇਸ ਅਚਰਜ ਅਵਸਥਾ ਬਾਰੇ ਗੁਰੂ ਸਾਹਿਬ ਨੇ ਬਿਆਨ ਕੀਤਾ ਹੈ ਕਿ ਜੀਵਨ ਦਾ ਅਸਲ ਮਨੋਰਥ ਸਮਝ ਕੇ
ਸਹੀ ਮਾਰਗ ਤੇ ਤੁਰਨ ਵਾਲੇ ਦੁਨੀਆ ਵਿੱਚ ਕੋਈ ਨਜ਼ਰ ਨਹੀਂ ਆ ਰਹੇ। ਇੱਕ ਐਸੀ ਅਜਬ ਦੁਨੀਆ ਬਣ ਗਈ ਹੈ। ਤੇ ਫਿਰ ਉਹਦੇ ਜੋ ਸਿੰਪਟਮ ਹਨ, ਜੋ ਨਿਸ਼ਾਨੀਆਂ ਹਨ, ਉਹਨਾਂ ਦੇ ਬਾਰੇ ਜ਼ਿਕਰ ਅਗਲੀਆਂ ਦੋ ਪੰਕਤੀਆਂ 'ਚ ਕਰਦੇ ਹਨ ਕਿ ਭਾਈ ਬੰਦੀ ਹੇਤ ਝੁਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਤੇ ਭਾਈ ਬੰਦੀ ਭਾਵ ਆਪਣੇ ਭਰਾਵਾਂ, ਸੰਬੰਧੀਆਂ, ਦੁਨਿਆਵੀ ਰਿਸ਼ਤੇਦਾਰਾਂ ਦੇ ਪਿਆਰ ਦੇ ਵਿੱਚ ਫਸ ਕੇ, ਉਹਨਾਂ ਦੇ ਮੋਹ 'ਚ ਫਸ ਕੇ ਹੇਤ ਝੁਕਾਇਆ। ਜੋ ਪ੍ਰਭੂ ਦਾ ਪਿਆਰ ਸੀਗਾ ਉਹ ਤਾਂ ਮੁੱਕ ਹੀ ਗਿਆ ਹੈ, ਉਹ ਲੋਕਾਂ ਨੇ ਭੁਲਾ ਦਿੱਤਾ ਹੈ। ਉਹ ਇਨਸਾਨ ਨੇ ਕੀਤਾ ਕੀ ਹੈ, ਇਹ ਹੁਣ ਨਿਸ਼ਾਨੀ ਦੱਸ ਰਹੇ ਹਨ ਕਿ ਵੀ ਕਿਉਂ ਗੁਰੂ ਸਾਹਿਬ ਨੂੰ ਲੱਗ ਰਿਹਾ ਹੈ ਕਿ ਦੁਨੀਆ ਅਜਬ ਹੋ ਗਈ ਹੈ। ਜੋ ਕੰਮ ਲੋਕਾਂ ਨੂੰ ਕਰਨਾ ਚਾਹੀਦਾ ਸੀਗਾ ਉਹ ਨਾ ਕਰਕੇ ਕੁਝ ਵੱਖਰੇ ਹੀ ਤਰ੍ਹਾਂ ਦਾ ਜੀਵਨ ਲੋਕੀ ਜੀ ਰਹੇ ਹਨ। ਤੇ ਉਹਦੀ ਨਿਸ਼ਾਨੀ ਦੇ ਰਹੇ ਹਨ ਗੁਰੂ ਸਾਹਿਬ ਕਿ ਭਾਈ ਬੰਦੀ ਭਾਵ ਦੁਨਿਆਵੀ ਸਾਖ ਸੰਬੰਧਾਂ, ਦੁਨਿਆਵੀ ਭਾਈਚਾਰੇ ਵਾਲੇ ਲੋਕਾਂ ਦੇ ਮੋਹ 'ਚ ਫਸ ਕੇ ਹੇਤ ਝੁਕਾਇਆ। ਪਰਮਾਤਮਾ ਦੇ ਨਾਲ ਜੋ ਪਿਆਰ ਸੀ ਉਹ ਲੋਕਾਂ ਨੇ ਆਪਣੇ ਅੰਦਰੋਂ ਜਿਵੇਂ ਖਤਮ ਹੀ ਕਰ ਦਿੱਤਾ ਹੈ, ਉਹਨੂੰ ਭੁਲਾ ਹੀ ਛੱਡਿਆ ਹੈ। ਔਰ ਉਸੇ ਹੀ ਕੰਟੈਕਸਟ ਦੇ ਵਿੱਚ ਅਗਲੀ ਪੰਕਤੀ 'ਚ ਗੱਲ ਕੀਤੀ ਹੈ ਕਿ ਦੁਨੀਆ ਕਾਰਨ ਦੀਨ ਗਵਾਇਆ, ਕਿ ਦੁਨਿਆਵੀ ਸੰਬੰਧਾਂ, ਦੁਨਿਆਵੀ ਪਦਾਰਥਾਂ ਦੀ ਖਾਤਰ ਦੀਨ ਗਵਾ ਦਿੱਤਾ ਹੈ। ਭਾਵ ਧਰਮ, ਜੋ ਮਨੁੱਖਾ ਜੀਵਨ ਦੇ ਚਲਾਉਣ ਵਾਸਤੇ ਜੋ ਨਿਯਮ ਸਨ, ਜੋ ਅਸੂਲ ਸਨ, ਜਿਨ੍ਹਾਂ ਅਸੂਲਾਂ ਨੂੰ ਅਪਣਾ ਕੇ ਮਨੁੱਖੀ ਜੀਵਨ ਬਤੀਤ ਕਰਨਾ ਚਾਹੀਦਾ ਸੀਗਾ, ਉਹ ਅਸੂਲ ਹੀ ਜੀਵਨ ਵਿੱਚੋਂ ਗਵਾਚ ਗਏ ਹਨ। ਭਾਵ ਆਤਮਿਕ ਜੀਵਨ ਜੀਣ ਦਾ ਜੋ ਤਰੀਕਾ ਸੀ, ਉਹ ਤਰੀਕਾ ਦੁਨਿਆਵੀ ਲੋਕਾਂ ਦੇ ਜੀਵਨ ਦੇ ਵਿੱਚੋਂ ਨਜ਼ਰ ਹੀ ਨਹੀਂ ਆ ਰਿਹਾ, ਮਾਨੋ ਗਵਾਚ ਹੀ ਗਿਆ ਹੈ। ਉਹ ਸਿੰਪਲ ਸਿੱਧੇ ਲਫ਼ਜ਼ਾਂ 'ਚ ਗੱਲ ਸਮਝਣੀ ਹੋਵੇ ਤਾਂ ਮਨੁੱਖਤਾ ਦਾ ਜੋ ਧਰਮ ਹੈ, ਉਹ ਧਰਮ ਮਨੁੱਖਾਂ ਦੇ ਜੀਵਨ ਵਿੱਚੋਂ ਨਜ਼ਰ ਨਹੀਂ ਆ ਰਿਹਾ। ਜੋ ਮਨੁੱਖੀ ਜੀਵਨ ਦੇ ਫਰਜ਼ ਸਨ, ਜੋ ਅਸੂਲ ਉਹਨਾਂ ਨੂੰ ਜੀਵਨ ਦੇ ਵਿੱਚ ਅਪਣਾਉਣੇ ਚਾਹੀਦੇ ਸਨ, ਮਨੁੱਖਾਂ ਦੇ ਜੀਵਨ ਵਿੱਚੋਂ ਉਹ ਅਸੂਲ ਨਜ਼ਰ ਨਹੀਂ ਆ ਰਹੇ। ਸਿਰਫ ਉਹਨਾਂ ਦੇ ਸੈਲਫਿਸ਼, ਆਪਣੇ ਭਾਈਚਾਰੇ, ਆਪਣੇ ਪਰਿਵਾਰ ਦੇ ਸੰਬੰਧਾਂ ਦੇ ਬਾਰੇ ਉਹਨਾਂ ਦਾ ਪਿਆਰ, ਉਹਨਾਂ ਦਾ ਮੋਹ ਨਜ਼ਰ ਆਉਂਦਾ ਹੈ। ਪ੍ਰਭੂ ਪਰਮਾਤਮਾ ਵਾਸਤੇ ਕੋਈ ਪਿਆਰ ਦੀ ਗੱਲ ਨਜ਼ਰ ਨਹੀਂ ਆਉਂਦੀ। ਦੁਨਿਆਵੀ ਪਦਾਰਥਾਂ ਦੇ ਮੋਹ ਦੇ ਕਾਰਨ ਆਤਮਿਕ ਜੀਵਨ ਵਾਲੀ ਕੋਈ ਵੀ ਗੱਲ ਮਨੁੱਖੀ ਜੀਵਨ ਵਿੱਚੋਂ ਨਜ਼ਰ ਨਹੀਂ ਆ ਰਹੀ। ਇਹ ਇਸ ਸ਼ਲੋਕ ਦੇ ਵਿੱਚ ਗੁਰੂ ਸਾਹਿਬ ਨੇ ਦੁਨੀਆ ਦੀ ਹਾਲਤ ਬਿਆਨ ਕੀਤੀ ਹੈ, ਪਰ ਉਹਦੇ ਉੱਤੇ ਹੈਰਾਨੀ ਵੀ ਜ਼ਾਹਰ ਕੀਤੀ ਹੈ ਕਿ ਇਹ ਇੱਕ ਐਸੀ ਅਜਬ ਅਵਸਥਾ ਬਣ ਗਈ ਹੈ ਕਿ ਜਿਸ ਮਕਸਦ ਵਾਸਤੇ ਪ੍ਰਭੂ ਪਰਮਾਤਮਾ ਨੇ ਮਨੁੱਖਾਂ ਨੂੰ ਇਸ ਸ੍ਰਿਸ਼ਟੀ ਤੇ ਭੇਜਿਆ ਸੀ, ਉਸ ਮਨੋਰਥ ਨੂੰ ਹੀ ਭੁੱਲ ਕੇ, ਉਸ ਮੰਜ਼ਿਲ ਦੀ ਪ੍ਰਾਪਤੀ ਨੂੰ ਭੁੱਲ ਕੇ ਦੁਨੀਆ ਦੇ ਵਿੱਚ ਕੋਈ ਐਸਾ ਇਨਸਾਨ ਨਜ਼ਰ ਹੀ ਨਹੀਂ ਆਉਂਦਾ ਜਿਹਨੂੰ ਇਸ ਮਨੁੱਖੀ ਜੀਵਨ ਦੇ ਮਨੋਰਥ ਬਾਰੇ ਸੋਝੀ ਹੋਵੇ, ਜਿਹੜਾ ਆਪ ਜੀਵਨ ਦਾ ਸਹੀ ਮਾਰਗ ਸਮਝਦਾ ਹੋਵੇ ਔਰ ਉਹਦੀ ਸੋਝੀ ਦੂਜਿਆਂ ਨੂੰ ਕਰਵਾਉਂਦਾ ਹੋਵੇ। ਸਾਰੀ ਦੁਨੀਆ ਤਾਂ ਇੱਕ ਦੁਨਿਆਵੀ ਪਦਾਰਥਾਂ ਦੇ ਔਰ ਆਪਸੀ ਪਰਿਵਾਰਕ ਮੋਹ ਦੇ ਵਿੱਚ ਫਸ ਕੇ ਪਰਮਾਤਮਾ ਦੇ ਪਿਆਰ ਤੋਂ ਭੁੱਲੀ ਹੋਈ ਹੈ। ਔਰ ਆਤਮਿਕ ਜੀਵਨ ਜਿਉਣ ਦੇ ਜੋ ਅਸੂਲ ਹਨ, ਉਹਨਾਂ ਨੂੰ ਉਹਨਾਂ ਨੇ ਜੀਵਨ ਵਿੱਚੋਂ ਜਿਵੇਂ ਗਵਾ ਹੀ ਦਿੱਤਾ ਹੈ, ਭੁਲਾ ਦਿੱਤਾ ਹੈ। ਇਹ ਸੋ ਜੋ ਦੁਨੀਆਦਾਰ ਇਨਸਾਨ ਹੋਣ, ਉਹਨਾਂ ਦੀ ਅਵਸਥਾ ਨੂੰ, ਉਹਨਾਂ ਦੀ ਜੋ ਹਾਲਤ ਹੈ, ਉਹਨੂੰ ਇੱਕ ਸ਼ਲੋਕ ਇਸ ਸ਼ਲੋਕ ਨੰਬਰ 5 ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਨੇ ਬਿਆਨ ਕੀਤਾ ਹੈ। ਇਸੇ ਹੀ ਭਾਵ ਨੂੰ ਹੁਣ ਅਗਲੇ ਸ਼ਲੋਕ ਵਿੱਚ ਵੀ ਥੋੜਾ ਹੋਰ ਵੱਖਰੇ ਲਫ਼ਜ਼ਾਂ ਵਿੱਚ ਬਿਆਨ ਕਰਦੇ ਹਨ। 6ਵੇਂ ਸ਼ਲੋਕ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਹੈ ਕਰਕੇ ਉਹ ਕਰੇਨ, ਗੱਲਾਂ ਪਿੱਟਣ ਸਿਰ ਖੋਹੇਨ, ਨਾਉ ਲੈਣ ਹਰ ਕਰਨ ਸਮਾਏ, ਨਾਨਕ ਤਿੰਨ ਬਲਿਹਾਰੈ ਜਾਏ। 5ਵੇਂ ਸ਼ਲੋਕ ਵਿੱਚ ਗੱਲ ਕੀਤੀ ਕਿ ਪਰਮਾਤਮਾ ਦੇ ਨਾਲ ਪਿਆਰ ਪਾਉਣ ਦੀ ਬਜਾਏ ਲੋਕਾਂ ਨੇ ਆਪਸੀ ਪਰਿਵਾਰਕ ਲੋਕਾਂ ਦੇ ਨਾਲ, ਆਪਣੇ ਸਕੇ ਸੰਬੰਧੀਆਂ ਵਗੈਰਾ ਦੇ ਨਾਲ ਪਿਆਰ ਪਾਇਆ ਹੋਇਆ ਹੈ, ਪ੍ਰਭੂ ਦਾ ਪਿਆਰ ਭੁਲਾਇਆ ਹੋਇਆ ਹੈ। ਦੁਨਿਆਵੀ ਪਦਾਰਥਾਂ ਦੇ ਨਾਲ ਮੋਹ ਹੈ ਔਰ ਦੀਨ ਦੀ ਗੱਲ ਜੀਵਨ ਵਿੱਚੋਂ ਖਤਮ ਹੈ। ਜਦੋਂ ਇਸ ਤਰ੍ਹਾਂ ਦੇ ਮੋਹ ਦੇ ਵਿੱਚ ਇਨਸਾਨ ਫਸ ਜਾਂਦਾ ਹੈ ਤਾਂ ਫਿਰ ਉਹਨੂੰ ਜੋ ਪ੍ਰਮਾਤਮਾ ਦੇ ਬਣਾਏ ਹੋਏ ਨਿਯਮ ਹਨ
ਉਹ ਵੀ ਵਿਸਰ ਜਾਂਦੇ ਹਨ, ਭੁੱਲ ਜਾਂਦੇ ਹਨ। ਤੇ ਫਿਰ ਉਹ ਇਹ ਸਮਝਣ ਲੱਗ ਪੈਂਦਾ ਹੈ ਕਿ ਵੀ ਮੈਂ ਤਾਂ ਇੱਥੇ ਹੁਣ ਪੱਕਾ ਆਸਨ ਜਮਾ ਕੇ ਰਹਿਣਾ ਹੀ ਰਹਿਣਾ ਹੈ, ਮੈਂ ਕਿਧਰੇ ਜਾਣਾ ਨਹੀਂ ਹੈ। ਉਹ ਇਸ ਗੱਲ ਨੂੰ ਵੀ ਭੁੱਲ ਜਾਂਦੇ ਹਨ ਕਿ ਪ੍ਰਮਾਤਮਾ ਨੇ ਜੋ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਉਹ ਜੋ ਜੀਵਨ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਹ ਗਿਣੇ ਮਿੱਥੇ ਸਮੇਂ ਵਾਸਤੇ ਹੈ, ਥੋੜੇ ਚਿਰ ਵਾਸਤੇ ਹੈ। ਸਦੀਵੀ ਇੱਥੇ ਰਹਿਣ ਵਾਲਾ ਕੋਈ ਵੀ ਚੀਜ਼ ਨਹੀਂ ਹੈ, ਨਾ ਕੋਈ ਪਦਾਰਥ ਸਦੀਵੀ ਹੈ, ਨਾ ਹੀ ਕਿਸੇ ਦਾ ਜੀਵਨ ਸਦੀਵੀ ਹੈ। ਇਹਨਾਂ ਗੱਲਾਂ ਨੂੰ ਵੀ ਇਨਸਾਨ ਭੁੱਲ ਜਾਂਦੇ ਹਨ। ਤੇ ਫਿਰ ਜਦੋਂ ਆਪਣੇ ਭਾਈ ਬੰਦੀਆਂ ਵਿੱਚੋਂ, ਸੰਬੰਧੀਆਂ ਦੇ ਵਿੱਚੋਂ, ਦੋਸਤਾਂ ਮਿੱਤਰਾਂ ਦੇ ਵਿੱਚੋਂ ਕੋਈ ਇਨਸਾਨ ਵਿਛੋੜਾ ਦੇ ਜਾਂਦਾ ਹੈ, ਤਾਂ ਫਿਰ ਉਹ ਦੁਖੀ ਹੋ ਕੇ ਔਰ ਹੱਦੋਂ ਵੱਧ ਆਪਣੇ ਆਪ ਨੂੰ ਦੁਖੀ ਕਰਕੇ ਰੋਂਦੇ ਹਨ, ਪਿੱਟਦੇ ਹਨ, ਕੁਰਲਾਉਂਦੇ ਹਨ। तो उस अवस्था का कुछ थोड़ा जिहा वर्णन जो है पहलियां दो पंक्तियां गुरु साहब कर रहे हैं कि है करके वो करेन गल्लां पिटन सिर खोहेन। कि जदों किसी इंसान का कोई प्यारा संबंधी मर जाता है तो ये हुण परमात्मा के बनाए हुए नियमां के अनुसार ही है, और इस चीज़ नूं खिड़े मत्थे प्रवान करना ही इंसान का फर्ज है। पर क्योंकि इंसान अपने संबंधियों के मोह दे विच इतना ज़्यादा खचित हो जाता है कि उसनों ये गल ही भुल जाती है कि जो आया सो चल सी, सब कोई आई वारी। तो फिर जदों कोई विछोड़ा दे जाता है तो फिर वो रोंदे पिटते हैं, हाय हाय करते हैं। है जो लफज है वो है दे रूप विच इस्तेमाल होया है, जिहदा भाव है कि हाय हाय करते हैं, अपना गुस्सा, अफसोस, दुख जाहिर करते हैं। ओ करेन भाव ओए ओए करदियां हन। इस्त्रियां खास तौर ते जिवें पुराने जमाने च जो रिवाज सी कि रोन पिटन की जिहड़ी ज़्यादा ये क्रिया सी, ये बहुते भरवें दिखावे दे नाल ये काम इस्त्रियां करदियां सन। अपनियां गल्लां दे उत्ते हत्थ मार मार के पिटदियां सन, सिर दे वालां नूं खिच खिच के खोंदियां सन, ते जिवें अपना पूरा सिर दे वाल खिलार दिंदियां सन, जिवें झाठा खलेरन वाली गल है। उस तरह के माड़े हालात बना लैंदे सन भी जिवें सारा नॉर्मल हालातां विच तां ओह अपने आप नूं सजाउण संवारन दे विच बिजी रहिंदियां सन, पर जदों कोई मौत हो जाती सी तां उदों फिर सारा हार शिंगार नूं तोड़ भन्न के सिर दे वालां नूं भी खिंडा के बड़ा कोझा जिहा रूप अपना बना लैंदियां सी कि जे कई डर आवे। तो उस तरह की जिहड़ी है समाज दे विच जिहड़ा कर्म सी ਉਹਦਾ ਬਿਆਨ ਗੁਰੂ ਸਾਹਿਬ ਇੱਥੇ ਕਰ ਰਹੇ ਹਨ। ਔਰ ਇਸ ਨੂੰ ਬਿਆਨ ਕਰਨ ਤੋਂ ਭਾਵ ਉਹਨਾਂ ਦਾ ਇਹ ਹੈ ਕਿ ਵੀ ਇਹ ਹੈ ਨਜਾਇਜ਼ ਗੱਲ ਹੈ। ਪਰਮਾਤਮਾ ਦੇ ਭਾਣੇ ਨੂੰ ਖਿੜੇ ਮੱਥੇ ਮੰਨਣ ਦੀ ਬਜਾਏ ਸਗੋਂ ਪਰਮਾਤਮਾ ਨੂੰ ਦੋਸ਼ ਦੇਣਾ, ਹਾਏ ਹਾਏ ਕਰਨੀ, ਪਿੱਟਣਾ, ਸਿਰ ਦੇ ਵਾਲ ਖੋਹਣੇ, ਇਹ ਕੋਈ ਕਰਨ ਵਾਲੇ ਕੰਮ ਹੈ ਨਹੀਂ ਨੇ। ਨਜਾਇਜ਼ ਕੰਮ ਨੇ, ਗਲਤ ਕੰਮ ਨੇ, ਮਾੜੇ ਕਰਮ ਨੇ। पर दुनिया में क्योंकि हो रहा है, गुरु साहब उसनों बयान करके फिर अगलियां पंक्तियां के अंदर सही जीवन का मार्ग जो है इन्हां हालातां दे विच की करन लायक काम है ਉਹਦੀ गल एक्सप्लेन करते हैं। तो पहलियां दो पंक्तियां च कहते हैं कि आम दुनियादार जिहड़े लोग हैं जदों कोई प्राणी चलाना कर जाता है तो हाय हाय करके रोंदे हैं, ओए ओए करते हैं, पिटते हैं, अपनी गल्लां ते हत्थ मार मार के पिटते हैं, दुख का इजहार करते हैं, सिर दे वालां नूं खो खो के खिच के ते अपना बुरा हाल कर लेंदे हैं, ਜਿਹੜੇ कि भैड़ी जिहड़ी है शक्ल अपनी बना लेंदे हैं। पर गुरु साहब अगलियां पंक्तियां फिर समझाते हैं कि ਇਹਦੇ उल्ट ਜਿਹੜੇ रब दे भाणे दे विच रहन वाले, प्रभु दे भाणे नूं मिठा करके मनण वाले लोग हैं, ਜਿਹੜੇ परमात्मा दा नाम जपदे हैं, ਉਹਨਾਂ ਦਾ ਬਿਆਨ ਕਰਕੇ ਸਮਝਾਉਂਦੇ ਹਨ ਕਿ ਨਾਉ ਲੈਣ ਪਰ ਕਰਨ ਸਮਾਏ ਨਾਨਕ ਤਿੰਨ ਬਲਿਹਾਰੇ ਜਾਏ। ਜਿਹੜੇ ਐਸੇ ਸਮੇਂ ਵੀ ਜਦੋਂ ਬਾਕੀ ਦੁਨੀਆਦਾਰ ਲੋਕ ਆਪਣਾ ਬੁਰਾ ਹਾਲ ਕਰ ਰਹੇ ਹਨ, ਰੋਂਦੇ ਪਿੱਟਦੇ ਪਏ ਹਨ, ਐਸੇ ਸਮੇਂ ਦੇ ਅੰਦਰ ਵੀ ਜਿਹੜੇ ਲੋਕ ਪ੍ਰਭੂ ਪਰਮਾਤਮਾ ਨੂੰ ਯਾਦ ਕਰਦੇ ਹਨ, ਉਹਦਾ ਨਾਮ ਜਪਦੇ ਹਨ,
ਅਤੇ ਉਹਦੀ ਰਜ਼ਾ ਦੇ ਵਿੱਚ ਹੀ ਰਾਜ਼ੀ ਰਹਿੰਦੇ ਹਨ। ਕਰਨ ਸਮਾਏ ਤੋਂ ਭਾਵ ਹੈ ਕਿ ਉਹਦੀ ਰਜ਼ਾ ਦੇ ਵਿੱਚ ਆਪਣੇ ਆਪ ਨੂੰ ਸਰੈਂਡਰ ਕਰ ਦਿੰਦੇ ਹਨ, ਆਪਣੇ ਆਪ ਨੂੰ ਉਹਦੀ ਰਜ਼ਾ ਦੇ ਸਾਹਮਣੇ ਪੇਸ਼ ਕਰ ਦਿੰਦੇ ਹਨ, ਉਹਦੀ ਰਜ਼ਾ ਨੂੰ ਮੰਨਦੇ ਹਨ। ਗੁਰੂ ਸਾਹਿਬ ਕਹਿੰਦੇ ਹਨ ਕਿ ਨਾਨਕ ਤਿੰਨ ਬਲਿਹਾਰੇ ਜਾਏ ਤੇ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਉਹ ਐਸੇ ਲੋਕ ਹਨ ਜਿਹੜੇ ਪ੍ਰਮਾਤਮਾ ਦੀ ਰਜ਼ਾ ਵਿੱਚ ਰਾਜ਼ੀ ਰਹਿੰਦੇ ਹਨ ਔਰ ਪ੍ਰਭੂ ਦਾ ਨਾਮ ਜਪਦੇ ਹਨ। ਇਹੋ ਜਿਹੇ ਹਾਲਾਤਾਂ ਦੇ ਅੰਦਰ ਵੀ ਜਦੋਂ ਬਾਕੀ ਸਾਰੀ ਦੁਨੀਆ ਅਜੀਬੋ-ਗਰੀਬ ਕੰਮ ਕਰ ਰਹੀ ਹੈ ਤਾਂ ਐਸੇ ਲੋਕਾਂ ਨੂੰ ਤਾਂ ਪ੍ਰੇਜ਼ ਕਰਨਾ ਬਣਦਾ ਹੀ ਹੈ, ਉਹਨਾਂ ਦੀ ਸਿਫਤ ਕਰਨੀ ਬਣਦੀ ਹੈ। ਉਹਨਾਂ ਤੋਂ ਕੁਰਬਾਨ ਜਾਣ ਨੂੰ ਜੀ ਕਰਦਾ ਹੈ ਕਿ ਜਿੱਥੇ ਸਾਰੀ ਦੁਨੀਆ ਪੁੱਠੇ ਕੰਮਾਂ 'ਚ ਲੱਗੀ ਪਈ ਹੈ, ਉਹ ਆਪਣੇ ਆਪ ਨੂੰ ਪ੍ਰਮਾਤਮਾ ਦੇ ਭਾਣੇ ਦੇ ਅੰਦਰ, ਰਜ਼ਾ ਦੇ ਅੰਦਰ ਰਾਜ਼ੀ ਰੱਖ ਕੇ ਪ੍ਰਭੂ ਦੇ ਨਾਮ ਦੇ ਨਾਲ ਜਿਹੜੇ ਜੁੜੇ ਹੋਏ ਹਨ, ਉਹਦੀ ਰਜ਼ਾ ਵਿੱਚ ਹੀ ਆਪਣੇ ਆਪ ਨੂੰ ਰਾਜ਼ੀ ਰੱਖ ਰਹੇ ਹਨ। ਗੁਰੂ ਸਾਹਿਬ ਕਹਿੰਦੇ ਹਨ ਕਿ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਉਹ ਇਹ ਦੋਨੋਂ ਡਿਫਰੈਂਟ ਹਾਲਾਤਾਂ ਦੇ ਵਿੱਚ ਚੱਲਣ ਵਾਲੇ ਇਨਸਾਨਾਂ ਦਾ ਕੰਪੈਰੀਜ਼ਨ ਇਸ ਸ਼ਲੋਕ ਵਿੱਚ ਗੁਰੂ ਸਾਹਿਬ ਨੇ ਕੀਤਾ ਹੈ। ਆਮ ਦੁਨੀਆਦਾਰ ਜਿਹੜੇ ਹਨ, ਮੌਤ ਨੂੰ ਐਕਸੈਪਟ ਨਹੀਂ ਕਰਦੇ, ਪਰਮਾਤਮਾ ਦਾ ਭਾਣਾ ਨਹੀਂ ਮੰਨਦੇ, ਹਾਏ ਹਾਏ ਕਰਦੇ ਹਨ, ਰੋਂਦੇ ਪਿੱਟਦੇ ਹਨ, ਆਪਣਾ ਬੁਰਾ ਹਾਲ ਕਰ ਲੈਂਦੇ ਹਨ ਤੇ ਰੱਬ ਨੂੰ ਦੋਸ਼ ਦਿੰਦੇ ਹਨ। ਪਰ ਜਿਹੜੇ ਪਰਮਾਤਮਾ ਦਾ ਨਾਮ ਜਪਣ ਵਾਲੇ ਹਨ, ਉਹ ਉਹਦੀ ਰਜ਼ਾ ਦੇ ਵਿੱਚ ਰਾਜ਼ੀ ਰਹਿੰਦੇ ਹਨ। ਤੇ ਗੁਰੂ ਸਾਹਿਬ ਕਹਿੰਦੇ ਹਨ ਕਿ ਐਸੇ ਲੋਕ ਆਬਾਸ਼ੀ ਦੇ ਹੱਕਦਾਰ ਹਨ ਔਰ ਪ੍ਰਭੂ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਕਰਕੇ ਉਹਨਾਂ ਤੋਂ ਸਦਕੇ ਜਾਣ ਨੂੰ ਜੀ ਕਰਦਾ ਹੈ, ਕੁਰਬਾਨ ਜਾਣ ਨੂੰ ਜੀ ਕਰਦਾ ਹੈ ਕਿ ਉਹਨਾਂ ਨੇ ਮੁਸ਼ਕਲ ਹਾਲਾਤਾਂ ਦੇ ਵਿੱਚ ਵੀ ਪਰਮਾਤਮਾ ਦੀ ਯਾਦ ਨੂੰ ਭੁਲਾਇਆ ਨਹੀਂ ਹੈ ਔਰ ਉਹਦੀ ਰਜ਼ਾ ਵਿੱਚ ਆਪਣੇ ਆਪ ਨੂੰ ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਹੈ। ਐਸੇ ਲੋਕਾਂ ਤੋਂ ਕੁਰਬਾਨ ਜਾਣਾ ਬਣਦਾ ਹੈ। ਭਾਵ ਇਹ ਹੈ ਕਿ ਬਾਕੀ ਲੋਕਾਂ ਨੂੰ ਵੀ ਉਹਨਾਂ ਤੋਂ ਸੇਧ ਲੈ ਕੇ, ਸਿੱਖਿਆ ਲੈ ਕੇ ਆਪਣੇ ਜੀਵਨ ਵਿੱਚ ਉਸੇ ਤਰੀਕੇ ਦੇ ਹੀ ਵਿਵਹਾਰ ਕਰਨਾ ਚਾਹੀਦਾ ਹੈ, ਨਾ ਕਿ ਰੋਣਾ ਪਿੱਟਣਾ ਤੇ ਆਪਣੇ ਸਿਰ ਦੇ ਵਾਲ ਖਿੰਡਾਣੇ ਜਾਂ ਗੱਲਾਂ ਪਿੱਟਣ ਵਾਲਾ ਜਿਹੜੇ ਕਰਮ ਹਨ ਉਹ ਨਹੀਂ ਕਰਨੇ ਚਾਹੀਦੇ, ਬਲਕਿ ਰੱਬ ਦੀ ਰਜ਼ਾ 'ਚ ਰਾਜ਼ੀ ਰਹਿਣਾ ਸਿੱਖਣਾ ਚਾਹੀਦਾ ਹੈ। ਤਾਂ ਐਸੇ ਲੋਕਾਂ ਤੋਂ ਹੀ ਫੋਲੋ ਕਰਨਾ ਬਣਦਾ ਹੈ। ਅਗਲੇ ਸ਼ਲੋਕ ਨੰਬਰ 7 ਵਿੱਚ ਹੁਣ ਮਨ ਨੂੰ ਸੰਬੋਧਨ ਕਰਕੇ ਗੁਰੂ ਸਾਹਿਬ ਫਰਮਾ ਰਹੇ ਹਨ ਕਿ ਜੀਵਨ ਦਾ ਮਾਰਗ ਕਿਹੋ ਜਿਹਾ ਹੈ ਔਰ ਕਿਸ ਤਰ੍ਹਾਂ ਉਹਦੇ ਤੇ ਚੱਲਣ ਦਾ ਢੰਗ, ਸਹੀ ਢੰਗ ਕੀ ਹੈ। ਰੇ ਮਨ ਦੀਗ ਨਾ ਡੋਲੀਐ, ਸੀਧੇ ਮਾਰਗ ਧਾਹੋ, ਪਾਛੈ ਬਾਗ ਡਰਾਵਨੋ, ਆਗੇ ਅਗਨ ਤਲਾਓ, ਸਹਿ ਸਹਿ ਜੀਅਰਾ ਪਰ ਰਹਿਓ, ਮਾਕੋ ਅਵਰ ਨ ਢੰਗ, ਨਾਨਕ ਗੁਰਮੁਖ ਛੁੱਟੀ ਹੈ ਹਰ ਪ੍ਰੀਤਮ ਸਿਉ ਸੰਗ। तो पिछले दो श्लोकों के अंदर गुरु साहब ने जो गल की, एक तो यह कि दुनिया के हालात बड़े अजीब ने, दुनिया के सही जीवन के राह तुरन वाले कोई नज़र ही नहीं आता, किसी को जीवन मनोरथ की सोझ ही नहीं है, दुनिया कारण लोगों ने दीन भी गवा दिता है। फिर ऐसे दीन को गवाए हुए लोगों ने रब का भाना मनन की भी जांच भुला दी है। उन्होंने जीवन में भाना मनन की जो जो कला है वो खत्म ही हो गई है। तो रोंदे पिटते कुरलाते हैं, रब को दोष देते हैं। तो ऐसे गलत कामों की बजाय सीधा रस्ता किवें जीवन के विच अपनाना चाहिए है, वो वास्ते की करना चाहिए है, वो अगले श्लोक के गुरु साहब गल कर रहे हैं। मन को संबोधन करते हैं, हे मन डीग ना डोली है। डीग का अर्थ होता है टेढ़ा, डिंगा। डिंगे राह ते चल के डोलना नहीं चाहिए, ना डोलो। हे मेरे मन डिंगे रस्ते उत्ते डोलना नहीं चाहिए। ये तो हर इंसान का अपने जीवन का तजर्बा है ही है कि जदों असी टेढ़े मेढ़े रस्ते के उत्ते, उबड़ खाबड़ रस्ते के उत्ते चलते हाँ तो साडा अपनी बॉडी का, शरीर का बैलेंस जिहड़ा है कोई बड़ा मुश्किल नाल असी संभाल पाते हैं। और कई बार यह भी खतरा होता है कि जे किधरे टेढ़ा पैर पै जाए तो असी अपना बैलेंस गवा के डिग भी पैंदे हाँ ते सट फेट भी लग जाती है। तो
ਸਧਾਰਨ ਜੀ ਗੱਲ ਹੈ ਕਿ ਜਦੋਂ ਰਸਤਾ ਉਬੜ ਖਾਬੜ ਹੋਏਗਾ, ਡਿੰਗਾ ਟੇਢਾ ਰਸਤਾ ਹੋਏਗਾ, ਤਾਂ ਚੱਲਣ ਵਾਲਾ ਇਨਸਾਨ ਉਸ ਰਸਤੇ ਤੇ ਚਲਦਿਆਂ ਹੋਇਆ ਡੋਲੇਗਾ। ਕਦੀ ਟੇਢਾ ਹੋ ਜਾਏਗਾ, ਕਦੀ ਪੈਰ ਦਾ ਪੁੱਠਾ ਪੈ ਜਾਏਗਾ ਤੇ ਕਦੀ ਗਿਰ ਜਾਏਗਾ। ਸਭ ਤਰ੍ਹਾਂ ਦੇ ਖਤਰੇ ਹਨ। तो ये जो मनुखी जीवन का मार्ग जो है, आत्मक जीवन का जो मार्ग है, ਇਹਦੇ ਅੰਦਰ ਵੀ ਕਈ ਰਸਤੇ ਐਸੇ ਹਨ ਜਿਹੜੇ ਬੜੇ ਟੇਢੇ ਹਨ, ਉਬੜ ਖਾਬੜ ਹਨ, ਟੇਢੇ ਮੇਢੇ ਰਸਤੇ ਹਨ। तो इशारे मात्र जो एग्जाम्पल साहब ने दुनियावी रस्तियां ਦੀ ਲਈ है, पर जो संकेत है वो आत्मक जीवन के बारे है कि रे मन डीग ना डोली है। तो आत्मक जीवन के अंदर ਕਿਹੜਾ ਡਿੰਗਾ ਰਸਤਾ ਹੁੰਦਾ ਹੈ? ਉਹ ਰਸਤਾ ਜਿਸ ਰਾਹ ਦੇ ਵਿੱਚ ਮਨੁੱਖ ਵਿਕਾਰਾਂ ਨੂੰ ਅਪਣਾ ਲੈਂਦਾ ਹੈ। ਆਮ ਤੌਰ ਤੇ ਕੀ ਹੁੰਦਾ ਹੈ ਕਿ ਜਿਹੜੇ ਸਿੱਧੇ ਪੱਧਰੇ ਰਸਤੇ ਹੁੰਦੇ ਹਨ ਉਹ ਬਹੁਤੀ ਵਾਰੀ ਲਮੇਰੇ ਹੁੰਦੇ ਹਨ। ਆਮ ਤੌਰ ਤੇ ਸਿੱਧੀਆਂ ਸੜਕਾਂ ਬਣਾਉਣ ਵਾਸਤੇ ਕਈ ਵਾਰੀ ਵਲਾ ਮਾਰ ਕੇ ਵੀ ਰਾਹ ਬਣਾਉਣੇ ਪੈਂਦੇ ਹਨ। ਪਰ ਕਈ ਲੋਕੀ ਸੋਚਦੇ ਹਨ ਕਿ ਭਈ ਹਾਂ ਸਾਨੂੰ ਰਸਤਾ ਸ਼ਾਰਟਕਟ ਨਜ਼ਰ ਆ ਰਿਹਾ ਹੈ, ਅਸੀਂ ਥੋੜਾ ਜਿਹਾ ਟੇਢਾ ਜਿਹਾ ਪਹਾੜੀ ਉਬੜ ਖਾਬੜ ਰਸਤੇ, ਟੇਢੇ ਮੇਢੇ ਪਥਰੀਲੇ ਰਸਤੇ ਤੋਂ ਵੀ ਚੜ੍ਹ ਕੇ ਛੇਤੀ ਪਹੁੰਚ ਜਾਵਾਂਗੇ। ਤੇ ਉਹ ਸਿੱਧਾ ਜਿਹੜਾ ਪੱਧਰਾ ਮਾਰਗ ਨੂੰ ਛੱਡ ਕੇ ਜਿਹੜਾ ਥੋੜਾ ਜਿਹਾ ਲਮੇਰਾ ਜ਼ਰੂਰ ਹੈ, ਲੇਕਿਨ ਉਹ ਆਪਣੇ ਵੱਲੋਂ ਸ਼ਾਰਟਕਟ ਕਰਨ ਦੀ ਕੋਸ਼ਿਸ਼ ਕਰਦੇ ਹਨ ਤੇ ਫਿਰ ਉਹ ਟੇਢੇ ਮੇਢੇ ਰਾਹ ਦੇ ਉੱਤੇ ਚੜ੍ਹਨ ਦੀ ਕੋਸ਼ਿਸ਼ ਕਰਦੇ ਹਨ ਔਰ ਕਈ ਵਾਰੀ ਫਿਰ ਡਿੱਗ ਕੇ ਆਪਣੇ ਆਪ ਨੂੰ ਸੱਟਾਂ ਵੀ ਲਵਾ ਲੈਂਦੇ ਹਨ। ਇਹ ਤਾਂ ਦੁਨਿਆਵੀ ਰਸਤਿਆਂ ਦੀ ਗੱਲ ਹੈ। ਆਤਮਕ ਜੀਵਨ ਦੇ ਅੰਦਰ ਵੀ ਜੋ ਸਿੱਧਾ ਰਸਤਾ ਹੈ ਉਹ ਹੈ ਪ੍ਰਭੂ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣ ਦਾ ਰਸਤਾ। ਸਹੀ ਰਾਹ ਦੇ ਜੋ ਚੱਲਣ ਵਾਲਾ ਰਸਤਾ ਹੈ ਕਿ ਪਰਮਾਤਮਾ ਦੇ ਬਾਣੇ ਨੂੰ ਮਿੱਠਾ ਕਰਕੇ ਮੰਨਣਾ, ਉਹਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ। ਪਰ ਇਨਸਾਨ ਉਸ ਰਾਹ ਨੂੰ ਛੱਡ ਕੇ ਸੋਚਦੇ ਹਨ ਕਿ ਅਸੀਂ ਜੇ ਮਾਇਆ ਇਕੱਠੀ ਕਰਕੇ ਮਾਇਕ ਸਾਧਨਾਂ ਨੂੰ ਇਕੱਠਿਆ ਕਰ ਲਈਏ ਤੇ ਸ਼ਾਇਦ ਅਸੀਂ ਕੁਝ ਲੰਬੀ ਛਾਲ ਮਾਰ ਲਵਾਂਗੇ ਤੇ ਜਿੱਥੇ ਮੰਜ਼ਿਲ ਤੇ ਪਹੁੰਚਣਾ ਹੈ ਉੱਥੇ ਉਛਲ ਕੇ ਤੇ ਛੇਤੀ ਪਹੁੰਚ ਜਾਵਾਂਗੇ। ਸ਼ਾਰਟਕਟ ਹੈ ਸ਼ਾਇਦ। ਲੋਕਾਂ ਨੂੰ ਲੱਗਦਾ ਹੈ ਕਿ ਮਾਇਆ ਪਦਾਰਥਾਂ ਨੂੰ ਇਕੱਠੇ ਕਰਨਾ, ਮਾਇਆ ਦੇ ਸੁੱਖ ਸਾਧਨ ਭੋਗਣੇ, ਇਹ ਜੀਵਨ ਦਾ ਸ਼ਾਰਟਕਟ ਹੈ, ਇਹਦੇ ਨਾਲ ਜਲਦੀ ਤਰੱਕੀ ਹੁੰਦੀ ਹੈ। ਸਹਿਜ ਸਹਿਜ ਰਹਿਣਾ, ਨਾ ਬਹੁਤੇ ਮਾਇਕ ਪਦਾਰਥਾਂ ਦੇ ਮਗਰ ਫਿਰਨਾ, ਥੋੜੇ ਚ ਗੁਜ਼ਾਰਾ ਕਰਨਾ, ਸੰਤੋਖੀ ਜੀਵਨ ਜਿਉਣਾ, ਇਹ ਤਾਂ ਲੰਮੇਰਾ ਰਸਤਾ ਹੈ, ਲੰਮਾ ਸਾਰੀ ਪਤਾ ਨਹੀਂ ਸਾਰੀ ਜ਼ਿੰਦਗੀ ਇੰਝ ਹੀ ਬੀਤ ਜਾਏਗੀ। ਉਹਨਾਂ ਨੂੰ ਲੱਗਦਾ ਹੈ ਕਿ ਇਹ ਜੀਵਨ ਅਜਾਈ ਜਾ ਰਿਹਾ ਹੈ, ਪਰ ਇਹ ਸਮਝਣ ਦਾ ਫਰਕ ਹੈ। ਮਨ ਨੂੰ ਇਹ ਅਟਰੈਕਟ ਜ਼ਿਆਦਾ ਕਰਦਾ ਹੈ ਕਿ ਮਾਇਕ ਪਦਾਰਥਾਂ ਦੇ ਸੁੱਖ ਜਿਹੜੇ ਨੇ ਉਹ ਸ਼ਾਇਦ ਜਲਦੀ ਤਰੱਕੀ ਕਰਵਾਉਂਦੇ ਹਨ। ਪਰ ਗੁਰੂ ਸਾਹਿਬ ਜੋ ਇੱਥੇ ਪ੍ਰੇਰਨਾ ਕਰ ਰਹੇ ਹਨ, ਰੇ ਮਨ ਡੀਗ ਨਾ ਡੋਲੀ ਹੈ, ਸਿੱਧਾ ਮਾਰਗ ਤੋਂ। ਸਿੱਧਾ ਮਾਰਗ ਹੈ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ, ਉਹਦੇ ਭਾਣੇ ਨੂੰ ਮੰਨਣਾ, ਉਹਦੇ ਹੁਕਮ ਵਿੱਚ ਚੱਲਣਾ, ਇਹ ਸਿੱਧਾ ਮਾਰਗ ਹੈ। ਸਿੱਧਾ ਮਾਰਗ ਧਾਉ, ਧਾਉ ਤੋਂ ਭਾਵ ਹੁੰਦਾ ਹੈ ਦੌੜਨਾ ਜਾਂ ਚੱਲਣਾ। ਗੁਰੂ ਸਾਹਿਬ ਪ੍ਰੇਰਨਾ ਕਰ ਰਹੇ ਹਨ ਕਿ ਉਸ ਸਿੱਧੇ ਮਾਰਗ ਦੇ ਉੱਤੇ ਤੁਸੀਂ ਰਵਾਂ ਰਵੀ ਤੁਰ ਸਕਦੇ ਹੋ, ਤੇਜ਼ ਵੀ ਚੱਲ ਸਕਦੇ ਹੋ। ਜਿਹੜਾ ਟੇਢਾ ਮੇਢਾ ਰਾਹ ਹੋਏਗਾ ਉੱਥੇ ਤੇਜ਼ ਚੱਲਣਾ ਵੀ ਮੁਮਕਿਨ ਨਹੀਂ ਹੈ ਔਰ ਸਰੀਰ ਦਾ ਬੈਲੈਂਸ ਮੇਨਟੇਨ ਕਰਨਾ ਵੀ ਮੁਸ਼ਕਲ ਹੈ। ਡਿੱਗਣ ਦੇ ਖਤਰੇ ਵੀ, ਨੁਕਸਾਨ ਉਠਾਉਣ ਦੇ ਵੀ ਖਤਰੇ ਬਹੁਤ ਹਨ। ਇਸ ਲਈ ਇਹ ਮੇਰੇ ਮਨ, ਤੂੰ ਐਸੇ ਵਿਕਾਰਾਂ ਵਾਲੇ ਟੇਢੇ ਮੇਢੇ ਰਾਹ ਦੇ ਉੱਤੇ ਨਾ ਚੱਲ। ਇਹ ਜੀਵਨ ਜਿਹੜਾ ਹੈ ਇਹ ਖਤਰਿਆਂ ਤੋਂ ਨਾਲ ਭਰਿਆ ਹੋਇਆ ਹੈ। ਪਰ ਬਿਹਤਰ ਇਹ ਹੋਏਗਾ ਕਿ ਤੂੰ ਸਿੱਧਾ ਮਾਰਗ ਤੋਂ, ਸਿੱਧੇ ਪੱਧਰੇ ਰਾਹ ਦੇ ਉੱਤੇ ਜਿਹੜਾ ਪ੍ਰਭੂ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣ ਵਾਲਾ ਰਾਹ ਹੈ ਉਹਦੇ ਉੱਤੇ ਤੂੰ ਇਸ ਮਾਰਗ ਦੇ ਉੱਤੇ ਦੌੜ। ਤੇ ਜੇ ਤੂੰ ਇਹ ਚੁਆਇਸ ਕਰ ਲਵੇਂ, ਇਹ ਰਾਹ ਚੁਣ ਲਵੇਂ ਕਿ ਜਿਹੜਾ ਰਸਤਾ ਸ਼ਾਰਟਕਟ ਨਜ਼ਰ ਆ ਰਿਹਾ ਤੈਨੂੰ, ਟੇਢਾ ਮੇਢਾ ਰਸਤਾ ਹੈ, ਅਗਰ ਜੇ ਤੂੰ ਉਹਦੇ ਤੇ ਹੀ ਤੁਰਨਾ ਜ਼ਰੂਰ ਹੈ ਤਾਂ ਇਹ ਗੱਲ ਸਮਝ ਲਈ ਕਿ ਉਸ ਰਸਤੇ ਤੇ ਤੁਰਦਿਆਂ ਕੀ ਕੁਝ ਮਿਲੇਗਾ। ਪਾਛੇ ਬਾਗ ਡਰਾਵਨੋ, ਆਗੇ ਅਗਨ ਤਲਾਓ। ਗੁਰੂ ਸਾਹਿਬ ਕਹਿੰਦੇ ਹਨ ਕਿ ਉਸ ਰਾਹ ਦੇ ਉੱਤੇ ਚਲਦਿਆਂ ਹੋਇਆਂ ਪਿੱਛੇ ਤਾਂ ਆਤਮਕ ਮੌਤ ਦਾ ਡਰਾਵਨਾ ਬਘਿਆੜ ਖੜਾ ਹੈ ਤੇ ਅੱਗੇ ਅੱਗ ਦਾ ਤਲਾਬ ਹੈ। ਇਹਦੇ ਤੋਂ ਭਾਵ ਅਰਥ ਕੀ ਹੈ? ਆਖਰੀ ਅਰਥ ਤਾਂ ਇਹ ਹਨ ਕਿ ਪਿੱਛੇ ਡਰਾਵਨਾ ਬਘਿਆੜ ਹੈ ਤੇ ਅੱਗੇ ਅੱਗ ਦਾ ਤਲਾਬ ਹੈ। ਭਾਵ ਅਰਥ ਹੈ
कि इस दुनियावी जीवन के अंदर, इस लोक के अंदर, इस मनुखा जीवन के अंदर ਤਾਂ ਆਤਮਿਕ ਜੀਵਨ ਨੂੰ ਖਾਣ ਵਾਲਾ ਬਘਿਆੜ, ਜਿਹੜੀ ਆਤਮਿਕ ਮੌਤ ਹੈ, ਉਹ ਤੇਰੇ ਪੱਲੇ ਪੈ ਜਾਏਗੀ ਜੇ ਤੂੰ ਮਾਇਆ ਦੇ ਪਦਾਰਥਾਂ ਦੇ ਵਾਲੇ ਰਾਹ ਦੇ ਉੱਤੇ ਚੱਲ ਪਿਆ। ਜੇ ਤੂੰ ਵਿਕਾਰੀ ਜੀਵਨ ਜੀਣ ਲੱਗ ਪਿਆ ਤਾਂ ਤੇਰੀ ਆਤਮਿਕ ਮੌਤ, ਤੈਨੂੰ ਆਤਮਿਕ ਤੌਰ ਤੇ ਖਾ ਜਾਣ ਵਾਲਾ ਜਿਹੜਾ ਮਾਨਵ ਬਘਿਆੜ ਹੈ, ਉਹ ਤੈਨੂੰ ਤੇਰੇ ਮਗਰ ਪੈ ਜਾਏਗਾ। ਤੇ ਅਗਲੇਰੇ ਜੀਵਨ ਵਿੱਚ ਆਉਣ ਵਾਲੇ ਸਮੇਂ ਦੇ ਅੰਦਰ ਤੈਨੂੰ ਅਗਨ ਦੇ ਤਲਾਬ ਦੇ ਅੰਦਰ, ਭਾਵ ਜਠਰਾਗਨੀ ਦੇ ਅੰਦਰ, ਗਰਭ ਜੋਨ ਦੇ ਅੰਦਰ ਮੁੜ ਕੇ ਫਿਰ ਪੈਣਾ ਪਏਗਾ। ਜਨਮ ਮਰਨ ਦੇ ਗੇੜ ਦੇ ਵਿੱਚ ਪੈਣਾ ਪਏਗਾ। ਇਹ ਅੱਗ ਦਾ ਤਲਾਬ ਇਸ਼ਾਰੇ ਮਾਤਰ ਗੱਲ ਕੀਤੀ ਗਈ ਹੈ ਗਰਭ ਜੋਨੀ ਦੇ ਵਿੱਚ ਦੁਬਾਰਾ ਪੈਣ ਵਾਸਤੇ, ਕਿ ਜੇ ਤੂੰ ਇਹ ਵਿਕਾਰੀ ਜੀਵਨ ਜਿਉਣ ਲੱਗ ਪਿਆ, ਵਿਕਾਰਾਂ ਵਾਲਾ ਜੀਵਨ ਅਪਣਾ ਲਿਆ, ਮਾਇਕ ਪਦਾਰਥਾਂ ਦੇ ਨਾਲ ਮੋਹ ਪਾ ਲਿਆ, ਸਿੱਧਾ ਮਾਰਗ ਤਿਆਗ ਦਿੱਤਾ, ਪ੍ਰਭੂ ਦੇ ਹੁਕਮ ਦੇ ਵਿੱਚ ਚੱਲਣ ਦਾ ਰਸਤਾ ਛੱਡ ਦਿੱਤਾ, ਤਾਂ ਇਸ ਜੀਵਨ ਦੇ ਅੰਦਰ ਤਾਂ ਤੇਰੀ ਆਤਮਿਕ ਮੌਤ ਹੋਣੀ ਨਿਸ਼ਚਿਤ ਹੈ। ਇਹ ਆਉਣ ਵਾਲੇ ਅਗਲੇ ਜੀਵਨ ਦੇ ਅੰਦਰ ਤੈਨੂੰ ਮੁੜ ਕੇ ਗਰਭ ਜੂਨੀ ਦੇ ਵਿੱਚ ਫਿਰ ਤੋਂ ਪੈਣਾ ਪਏਗਾ, ਇਸ ਅੱਗ ਦੇ ਤਲਾਬ ਦੇ ਵਿੱਚ ਮੁੜ ਕੇ ਟਿਕਣਾ ਪਵੇਗਾ। तो ये जन्म मरण के गेड़ तू फिर तो पै जाएगा, तो ये जीवन का जिवें व्यर्थ हो जाएगा। तो बाग जिहड़ा है ये सिंबॉलिक है विकारां दा, जिहड़े आत्मक मौत का कारण बनते हैं, ते अग दा तलाब सिंबॉलिक है जन्म मरण के गेड़ का, जिते विच मुड़ मुड़ के मरना ते जमना इंसान नूं पैंदा है। तो इन्हां पहलियां दो पंक्तियां दे अंदर गुरु साहब ने प्रेरणा की है कि ये माया के मोह के विच फस के विकारी जीवन जीण की जगह परमात्मा की रजा च राजी रहने वाले सीधे मार्ग से चलना चाहिए है। तो जे ऐसा नहीं करेगा तो तेनों आत्मक मौत सहेड़नी पवेगी अते मुड़ मुड़ के जन्म मरण के गेड़ च भटकना पवेगा। अगलियां पंक्तियां दे विच फिर हुण कहंदे हन कि सहसै जीरा पर रहो माको अवर न ढंग, नानक गुरमुख छुट्टी है हर प्रीतम से संग। सहसै, सहसे का अर्थ हुंदा है डर, सहम। जीरा ये मेरा मन या अपने जिहड़ा मेरी जिंद नूं, ये मेरी जिंद जिहड़ी है वो सहम दे विच पई हुई है। तो हुण ये वाली गल सुन के कि जे मैं मायक पदार्थां दे राह ते तुरां तां की हालत बनेगी, तो मैनू होर कोई ढंग फिर समझ ही नहीं आता कि मैं जे जो दुनिया कर रही है कि मायक पदार्थों के विच फस के कि वो डिंगे टेढ़े राह ते तुर रही है, जिथे आत्मक मौत और मुड़ मुड़ के जन्म मरण के गेड़ च पैन का रिजल्ट सामने नज़र आ रहा है। तो ये कुछ सुन के समझ के मेरा जीड़ा जड़ा है, मेरी जिंद जड़ी है वो सहम गई है। सह सह जीरा पर रहे हो माँ को अवर न ढंग, ते मैनू हुण कोई होर ढंग, कोई होर तरीका, होर कुछ गल सुझदी भी नहीं है। इको गल मैनू समझ आती है, नानक गुरमुख छुट्टी है हर प्रीतम से संग। ये बजाए कि मैं अपनी अकल वरत के अपनी दुनियादारियां दुनियावी लोगों की नकल करके ते माया के डिंगे टेढ़े राह दे विच मैं भी तुरना शुरू कर देवां, ਉਹਦੀ बजाय मैनू इको ही गल समझ आई है कि गुरु दे शरण दे विच पै जावां तां ही इस विकारी जीवन तो बचिया जा सकता है, छुटकारा हो सकता है। ते हर प्रीतम से संग, ते उस प्रभु प्यारे प्रभु दे नाल हाथ जिहड़ा है वो बन सकता है, जुड़ सकता है, तो ਉਹਦੇ ਨਾਲ जोड़ जुड़ सकता है। सो पहलियां दो पंक्तियां दे विच तां जो दुनिया कर रही है ਉਹਦੇ ਤੋਂ परहेज करके परमात्मा दे भाणे दे विच राजी रहन दी गल एक्सप्लेन की गई है। ते ना मनन दी सूरत दे अंदर जो अवस्था जो रिजल्ट मिलेगा वो डिस्क्राइब किया गया है। अगलियां अखीरलियां दो पंक्तियां दे विच गुरु साहब ने इस श्लोक विच जो रिजल्ट है ਉਹਦੇ ਤੋਂ घबरा के ਉਹਨੂੰ ना प्रवान करदियां होया ये निर्णय किया है कि भाई इस राह ते तुरना किसी तरीके भी जायज़ नहीं है मनुख वास्ते। इस राह नूं ते पर छड़ना, अपने आप छड़ना भी मुश्किल है क्योंकि दुनिया सारी इस टेढ़े राह ते ही तुर रही है। तो फिर कोई तरीका
ਕਿਹੋ ਜਿਹਾ ਅਪਣਾਇਆ ਜਾਵੇ ਕਿ ਇਸ ਦੁਨੀਆ ਵਾਲੇ ਰਾਹ ਨੂੰ ਛੱਡ ਕੇ ਕੋਈ ਉਹ ਢੰਗ ਮਿਲੇ ਜਿਹਦੇ ਨਾਲ ਜੋ ਜੀਵਨ ਦਾ ਮਨੋਰਥ ਹੈ, ਪ੍ਰਭੂ ਪਰਮਾਤਮਾ ਨਾਲ ਜੋ ਮਿਲਾਪ ਹੈ, ਉਹ ਹਾਸਲ ਹੋ ਸਕੇ। ਤਾਂ ਉਹ ਗੁਰੂ ਸਾਹਿਬ ਨੇ ਆਪ ਹੀ ਐਕਸਪਲੇਨ ਕੀਤਾ ਹੈ, ਨਾਨਕ ਗੁਰਮੁਖ ਛੁੱਟੀ ਹੈ। ਗੁਰੂ ਦੀ ਸ਼ਰਨ ਵਿੱਚ ਪੈ ਕੇ, ਗੁਰੂ ਦੇ ਸਨਮੁਖ ਹੋ ਕੇ ਹੀ ਇਸ ਮਾਇਆ ਵਾਲੇ ਵਿਕਾਰੀ ਜੀਵਨ ਤੋਂ ਛੁਟਕਾਰਾ ਮਿਲ ਸਕਦਾ ਹੈ। ਤੇ ਜਿਹੜਾ ਆਤਮਕ ਮੌਤ ਦਾ ਕਾਰਨ ਬਣਦਾ ਹੈ, ਉਹਦੇ ਤੋਂ ਛੁਟਕਾਰਾ ਮਿਲ ਸਕਦਾ ਹੈ। ਔਰ ਸਿੱਧਾ ਰਾਹ ਗੁਰੂ ਦੀ ਸ਼ਰਨ ਵਿੱਚ ਪੈ ਕੇ ਹੀ ਪ੍ਰਾਪਤ ਹੋ ਸਕਦਾ ਹੈ, ਜਿਹਦੇ ਨਾਲ ਹਰ ਪ੍ਰੀਤਮ ਸਿਉ ਸੰਗ, ਪ੍ਰਭੂ ਪਰਮਾਤਮਾ ਜੋ ਸਭ ਦਾ ਪਿਆਰਾ ਪ੍ਰਭੂ ਹੈ, ਪ੍ਰੀਤਮ ਤੋਂ ਭਾਵ ਪਿਆਰਾ, ਉਹ ਪਿਆਰਾ ਹਰੀ ਜੋ ਹੈ, ਉਹਦੇ ਨਾਲ ਸੰਗ, ਉਹਦੇ ਨਾਲ ਸਾਥ ਬਣ ਸਕਦਾ ਹੈ। ਅਗਲਾ ਸ਼ਲੋਕ ਹੈ ਨੰਬਰ 8। ਬਾਗ ਮਰੈ ਮਨ ਮਾਰੀਐ, ਜਿਸ ਸਤਿਗੁਰ ਦੀਖਿਆ ਹੋਏ। ਆਪ ਪਛਾਣੈ ਹਰ ਮਿਲੈ, ਬਹੁੜ ਨਾ ਮਰਨਾ ਹੋਏ। ਕੀਚੜ ਹਾਥ ਨਾ ਬੂਢਈ, ਏਕਾ ਨਦਰ ਨਿਹਾਲ। ਨਾਨਕ ਗੁਰਮੁਖ ਉਬਰੇ, ਗੁਰ ਸਰਵਰ ਸੱਚੀ ਪਾਲ। 7ਵੇਂ ਸ਼ਲੋਕ ਦੀ ਆਖਰੀ ਲਾਈਨ ਦੇ ਵਿੱਚ ਗੁਰੂ ਸਾਹਿਬ ਨੇ ਗੱਲ ਕੀਤੀ ਸੀਗੀ, ਨਾਨਕ ਗੁਰਮੁਖ ਛੁੱਟੀ ਹੈ। ਤੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਹੀ ਇਹ ਵਿਕਾਰੀ ਜੀਵਨ ਤੋਂ, ਮਾਇਆ ਵਾਲੇ ਰਾਹ ਤੋਂ ਛੁਟਕਾਰਾ ਹੋ ਸਕਦਾ ਹੈ ਤੇ ਹਰ ਪ੍ਰੀਤਮ ਸਿਓ ਸੰਗ ਹੋ ਸਕਦਾ ਹੈ। ਤੇ ਹੁਣ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਵੇ, ਉਹਦੀ ਥੋੜੀ ਡਿਸਕ੍ਰਿਪਸ਼ਨ, ਉਹਦੀ ਵਿਆਖਿਆ ਜਿਹੜੀ ਹੈ 8ਵੇਂ ਸ਼ਲੋਕ ਵਿੱਚ ਗੁਰੂ ਸਾਹਿਬ ਕਰ ਰਹੇ ਹਨ ਕਿ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਵੇ ਫਿਰ ਉਹਨੂੰ ਕੀ ਕੁਝ ਪ੍ਰਾਪਤ ਹੁੰਦਾ ਹੈ, ਉਹਦੀ ਕੀ ਅਵਸਥਾ ਬਣਦੀ ਹੈ, ਉਹਦੀ ਡਿਸਕ੍ਰਿਪਸ਼ਨ ਇੱਥੇ ਗੁਰੂ ਸਾਹਿਬ ਕਰ ਰਹੇ ਹਨ ਕਿ ਬਾਗ ਮਰੈ ਮਨ ਮਾਰੀਐ। ਇਹ ਜਿਹੜਾ ਇਹ ਬਗਿਆੜ ਆਤਮਿਕ ਜੀਵਨ ਨੂੰ ਖਾ ਜਾਣ ਵਾਲਾ, ਜਿਹਦਾ ਪਿਛਲੇ ਸ਼ਲੋਕ ਵਿੱਚ ਗੱਲ ਕੀਤੀ ਸੀ ਕਿ ਪਾਛੈ ਬਾਗ ਡਰਾਵਨੋ ਆ ਗਿਆ ਅਗਨ ਤਲਾਓ, ਉਹ ਜਿਹੜਾ ਡਰਾਵਨਾ ਬਾਗ ਸੀ, ਜਿਹੜਾ ਆਤਮਿਕ ਮੌਤ ਦਾ ਕਾਰਨ ਬਣਦਾ ਸੀਗਾ, ਹੁਣ ਉਹ ਬਾਗ ਜਿਹੜਾ ਹੈ ਉਹ ਮਰ ਜਾਂਦਾ ਹੈ। ਤੇ ਉਹਦੇ ਅੰਦਰੋਂ ਇਹ ਜੋ ਬਗਿਆੜ ਹੈ, ਜਿਹੜਾ ਆਤਮਿਕ ਜੀਵਨ ਦਾ ਨਾਸ਼ ਕਰਨ ਵਾਲਾ ਹੈ, ਉਹ ਵਿਕਾਰ ਜਿਹੜੇ ਆਤਮਿਕ ਮੌਤ ਦਾ ਕਾਰਨ ਬਣਦੇ ਹਨ, ਉਹ ਵਿਕਾਰਾਂ ਦਾ ਹੀ ਨਾਸ਼ ਹੋ ਜਾਂਦਾ ਹੈ। ਉਹ ਮਨ ਦੇ ਵਿੱਚੋਂ ਵਿਕਾਰ ਜਿਹੜੇ ਹਨ ਉਹਨਾਂ ਦਾ ਨਾਸ਼ ਹੋ ਜਾਂਦਾ ਹੈ। ਮਨ ਮਾਰੀ ਹੈ, ਮਨ ਵਿਕਾਰਾਂ ਵਾਲੇ ਪਾਸਿਓਂ ਬਿਲਕੁਲ ਅਲੱਗ ਹੋ ਜਾਂਦਾ ਹੈ। ਮਨੋਂ ਵਿਕਾਰਾਂ ਨੂੰ ਆਪਣੇ ਅੰਦਰੋਂ ਮਾਰ ਹੀ ਦਿੰਦਾ ਹੈ, ਨਸ਼ਟ ਕਰ ਦਿੰਦਾ ਹੈ। ਜਿਸ ਸਤਿਗੁਰ ਦੀਖਿਆ ਹੋਏ, ਜਿਹਨੇ ਸਤਿਗੁਰ ਦੀ ਸਿੱਖਿਆ, ਦੀਖਿਆ ਸਤਿਗੁਰ ਦਾ ਉਪਦੇਸ਼ ਜਿਹਨੇ ਧਾਰਨ ਕਰ ਲਿਆ, ਜਿਹਨੇ ਸਤਿਗੁਰ ਤੋਂ ਉਪਦੇਸ਼ ਲੈ ਲਿਆ, ਉਹਦੇ ਅੰਦਰ ਇਹ ਸਮਰੱਥਾ ਆ ਜਾਂਦੀ ਹੈ ਕਿ ਉਹ ਆਪਣੇ ਮਨ ਨੂੰ ਵਿਕਾਰਾਂ ਵੱਲੋਂ ਮਾਰ ਲੈਂਦਾ ਹੈ, ਪਰ ਬਿਲਕੁਲ ਵਿਕਾਰਾਂ ਵੱਲੋਂ ਪਰੇ ਕਰ ਲੈਂਦਾ ਹੈ। ਤੇ ਇਹ ਜਿਹੜੇ ਵਿਕਾਰ ਹਨ, ਜਿਹੜੇ ਆਤਮਕ ਮੌਤ ਦਾ ਕਾਰਨ ਬਣਨ ਵਾਲੇ ਹਨ, ਉਹ ਆਪ ਹੀ ਮਰ ਜਾਂਦੇ ਹਨ, ਆਪ ਵਿਕਾਰ ਹੀ ਨਸ਼ਟ ਹੋ ਜਾਂਦੇ ਹਨ। ਉਹ ਜਿਹੜੇ ਮਨ ਦੇ ਅੰਦਰ ਜਗ੍ਹਾ ਹੀ ਨਾ ਬਚੇ ਵਿਕਾਰਾਂ ਨੂੰ ਟਿਕਾਣਾ ਦੇਣ ਦੀ, ਕੋਈ ਵਿਕਾਰਾਂ ਨੂੰ ਟਿਕਾਣਾ ਹੀ ਨਾ ਦੇਵੇ, ਤਾਂ ਉਹ ਫਿਰ ਮਨ ਵੱਲੋਂ ਉਹ ਤਾਂ ਵਿਕਾਰ ਉਸ ਇਨਸਾਨ ਵਾਸਤੇ ਤਾਂ ਮਾਨੋ ਮਰ ਹੀ ਗਏ ਹਨ। ਤਾਂ ਮਾਨੋ ਉਹ ਬਗਿਆੜ ਜਿਹੜਾ ਵਿਕਾਰਾਂ ਦੇ ਰਾਹੀਂ ਆਤਮਕ ਮੌਤ ਦਾ ਕਾਰਨ ਬਣਦਾ ਸੀਗਾ, ਉਹ ਬਗਿਆੜ ਹੀ ਮਾਨੋ ਮਰ ਜਾਂਦਾ ਹੈ। ਉਹ ਇਸ ਮਨ ਦੇ ਵਿੱਚ ਉਹਨੂੰ ਕੋਈ ਥਾਂ ਹੀ ਨਹੀਂ ਮਿਲਦੀ। ਇਹ ਮਨ ਵਿਕਾਰਾਂ ਵੱਲੋਂ ਬਿਲਕੁਲ ਅਲੂਫ ਹੋ ਜਾਂਦਾ ਹੈ, ਬਿਲਕੁਲ ਉਹਨਾਂ ਵੱਲੋਂ ਅਲੱਗ ਹੋ ਜਾਂਦਾ ਹੈ, ਕੋਈ ਟਿਕਾਣਾ ਹੀ ਨਹੀਂ ਦਿੰਦਾ, ਮਨ ਦੇ ਵਿੱਚ ਵਿਕਾਰਾਂ ਨੂੰ ਥਾਂ ਹੀ ਨਹੀਂ ਮਿਲਦੀ। ਪਰ ਇਹ ਕਿਹਦੇ ਵਾਸਤੇ, ਕਿਹਦੀ ਅਵਸਥਾ ਇਹ ਬਣਦੀ ਹੈ? ਜਿਸ ਸਤਿਗੁਰ ਦੀਖਿਆ ਹੋਏ, ਜਿਨਨੇ ਸਤਿਗੁਰ ਪਾਸੋਂ ਉਪਦੇਸ਼ ਹਾਸਲ ਕੀਤਾ, ਉਪਦੇਸ਼ ਨੂੰ ਅਪਣਾ ਲਿਆ, ਜੀਵਨ ਦੇ ਵਿੱਚ ਉਪਦੇਸ਼ ਦੀ ਕਮਾਈ ਕੀਤੀ। ਫਿਰ ਅਗਲੀ ਪੰਕਤੀ 'ਚ ਹੋਰ ਡਿਸਕ੍ਰਿਪਸ਼ਨ ਦਿੰਦੇ ਹਨ ਕਿ ਆਪ ਪਛਾਣੈ ਹਰ ਮਿਲੈ, ਬਹੁੜ ਨਾ ਮਰਨਾ ਹੋ। ਐਸਾ ਇਨਸਾਨ ਗੁਰੂ ਦੇ ਉਪਦੇਸ਼ ਤੇ ਕਮਾਈ ਕਰਦਿਆਂ ਹੋਇਆਂ ਹਮੇਸ਼ਾ ਆਪਣੇ ਆਪ ਦੀ ਪਛਾਣ ਕਰਦਾ ਹੈ, ਆਪਣੀ ਪਰਖ ਕਰਦਾ ਹੈ। ਜਿਵੇਂ ਗੁਰਬਾਣੀ 'ਚ ਹੋਰ ਵੀ ਪੰਕਤੀ ਆਉਂਦੀ ਹੈ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਪਾਏ। ਉਹ ਆਪਣੀ ਮਨ ਦੀ ਅਵਸਥਾ ਨੂੰ, ਆਪਣੇ ਆਤਮਿਕ ਜੀਵਨ ਨੂੰ ਹਰ ਵਕਤ ਪਰਖਦਾ ਰਹਿੰਦਾ ਹੈ ਕਿ ਜ਼ਰਾ ਜਿੰਨਾ ਵੀ ਕਿਤੇ ਰਾਹ ਤੋਂ ਭਟਕਤਾ ਨਹੀਂ ਰਿਹਾ, ਫਿਰ ਮੁੜ ਕੇ ਮੈਂ ਮਾਇਆ ਦੇ ਡਿੰਗੇ ਟੇਢੇ ਰਾਹ ਵਾਲੇ ਪਾਸੇ ਸਲਿਪ ਤਾਂ ਨਹੀਂ ਕਰ ਰਿਹਾ, ਮੈਂ ਸਿੱਧੇ ਮਾਰਗ ਤੇ ਚੱਲ ਰਿਹਾ ਹਾਂ ਕਿ ਨਹੀਂ ਚੱਲ ਰਿਹਾ, ਮੈਂ ਰਜ਼ਾ ਦੇ ਵਿੱਚ ਰਾਜ਼ੀ ਹਾਂ ਕਿ ਨਹੀਂ, ਮੈਂ ਪ੍ਰਭੂ ਦਾ ਭਾਣਾ ਮਿੱਠਾ ਕਰਕੇ ਮੰਨ ਰਿਹਾ ਹਾਂ ਕਿ ਨਹੀਂ ਮੰਨ ਰਿਹਾ। ਹਮੇਸ਼ਾ ਉਹ ਆਪਣੇ ਆਪ ਦੀ ਪਰਖ ਕਰਦਾ ਰਹਿੰਦਾ ਹੈ, ਔਰ ਇਸ ਪਰਖ ਦਾ ਸਦਕਾ ਉਹ ਆਪਣਾ ਬਚਾਅ ਕਰੀ ਰੱਖਦਾ ਹੈ, ਵਿਕਾਰਾਂ ਵੱਲੋਂ ਆਪਣੇ ਆਪ ਨੂੰ ਬਚਾਈ ਰੱਖਦਾ ਹੈ। ਹਰ ਸਮੇਂ ਉਹ ਆਪਣੇ ਹਰ ਕੰਮ ਨੂੰ
ਗੁਰੂ ਦੇ ਉਪਦੇਸ਼ ਦੀ ਕਸਵੱਟੀ ਦੇ ਉੱਤੇ ਪਰਖਦਾ ਰਹਿੰਦਾ ਹੈ। ਜੋ ਵੀ ਮੈਂ ਕੰਮ ਕਰਨ ਲੱਗਾ ਹਾਂ ਕਿ ਉਹ ਗੁਰੂ ਦੀ ਸਿੱਖਿਆ ਦੇ ਅਨੁਕੂਲ ਹੈ ਜਾਂ ਨਹੀਂ ਹੈ, ਉਹ ਆਪਣੇ ਆਪ ਦੀ ਹਮੇਸ਼ਾ ਇਸ ਗੱਲ ਵੱਲੋਂ ਪਰਖ ਕਰਦਾ ਹੈ। ਆਪ ਪਛਾਣੈ ਹਰ ਮਿਲੈ। तो ऐसे परख करने वाले इंसान ਨੂੰ परमात्मा ਦਾ ਮਿਲਾਪ ਹਾਸਲ ਹੋ ਜਾਂਦਾ ਹੈ। ਉਹਦੇ ਪ੍ਰਭੂ ਦੀ ਨੇੜਤਾ ਮਿਲ ਜਾਂਦੀ ਹੈ। ਉਹਦੇ ਹਿਰਦੇ ਦੇ ਵਿੱਚ ਪ੍ਰਭੂ ਦੀ ਯਾਦ ਵਸ ਜਾਂਦੀ ਹੈ। ਉਹਦੇ ਮਨ ਦੇ ਅੰਦਰ परमात्मा ਦਾ ਪਿਆਰ ਟਿਕ ਜਾਂਦਾ ਹੈ। तो आप ਪਛਾਣੈ ਹਰ ਮਿਲੈ ਤੋਂ ਭਾਵ ਹੈ कि ऐसा इंसान जिन्हें गुरु पासों दीक्षा गुरु का उपदेश हासिल किया है, जिन्हें जीवन दे विच गुरु के उपदेश नूं अपना लिया है, वो हर कदम के उत्ते अपने हर कर्म की परख करता है। गुरु की सिक्ख्या के अनुसार अपने हर काम की परख करदियां होया वो विकारां वल्लों सुचेत रहिंदा है। वो परमात्मा की रजा च राजी रहन वाले सीधे मार्ग ते ही चलता है और इस तरीके दे नाल परमात्मा की याद नूं हिरदे च वसा लैंदा है। परमात्मा दे दा प्यार उहदे हिरदे च टिक जाता है और इहदा रिजल्ट की हुंदा है कि फिर बौड़ ना मरना होए, ਉਹ ਫਿਰ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ। ਬੌੜ ਦਾ ਮੁੜ ਮੁੜ ਕੇ ਫਿਰ ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ। ਉਹ ਜਿਹੜਾ ਆਗੇ ਅਗਨ ਤਲਾਅ ਸੀਗਾ, ਉਹ ਅਗਨ ਦਾ ਤਲਾਅ ਫਿਰ ਉਹਨੂੰ ਨਹੀਂ ਭੁਗਤਣਾ ਪੈਂਦਾ। ਜਨਮ ਮਰਨ ਦੇ ਗੇੜ ਵਿੱਚ ਉਸਨੂੰ ਨਹੀਂ ਪੈਣਾ ਪੈਂਦਾ। ਇਸ ਜੀਵਨ ਨੂੰ ਜੀਂਦਿਆਂ ਹੋਇਆਂ ਵੀ ਉਹਦੀ ਕੀ ਅਵਸਥਾ ਰਹਿੰਦੀ ਹੈ ਕਿ ਕੀਚੜ ਹਾਥ ਨਾ ਬੁੱਢਈ ਏਕਾ ਨਦਰ ਨਿਹਾਲ। ਤੇ ਇਸ ਜੀਵਨ ਵਿੱਚ ਰਹਿੰਦਿਆਂ ਹੋਇਆਂ ਉਹਦਾ ਹੱਥ ਜਿਹੜਾ ਹੈ ਮਾਇਆ ਦੇ ਚਿੱਕੜ ਦੇ ਵਿੱਚ ਫਿਰ ਨਹੀਂ ਡੁੱਬਦਾ। ਬੁੱਢੇ ਹੀ ਤੋਂ ਭਾਵ ਹੈ ਡੁੱਬ ਜਾਣਾ। ਕਿਚੜ ਦੇ ਵਿੱਚ ਨਾੜੇ ਨੂੰ ਸਿਆਰੀ ਹੈ। ਕਿਚੜ ਦੇ ਵਿੱਚ ਕਿਚੜ ਜਿਹੜਾ ਹੈ ਮਾਇਆ ਦੇ ਮੋਹ ਦੇ ਵਾਸਤੇ ਆਇਆ ਹੈ। ਉਹ ਇਨਸਾਨ ਜੀਵਨ ਦੇ ਵਿੱਚ ਜਿਉਂਦਿਆਂ ਹੋਇਆਂ ਉਹਦਾ ਹੱਥ ਜਿਹੜਾ ਹੈ ਉਹ ਮਾਇਆ ਦੇ ਚਿੱਕੜ ਵਿੱਚ ਨਹੀਂ ਡੁੱਬਦਾ ਕਿਉਂਕਿ ਉਹਦੇ ਮਨ 'ਚ ਕਦੀ ਇਹ ਫਿਰ ਖਿਆਲ ਇਹ ਵਿਚਾਰ ਆਉਂਦਾ ਹੀ ਨਹੀਂ ਹੈ ਕਿ ਮੈਂ ਮਾਇਕ ਪਦਾਰਥਾਂ ਦੇ ਨਾਲ ਮੋਹ ਪਾਵਾਂ, ਮਾਇਕ ਪਦਾਰਥਾਂ ਨੂੰ ਇਕੱਠਿਆ ਕਰਾਂ। ਉਹ ਆਪਣਾ ਜੀਵਨ ਸਿਰਫ ਗੁਜ਼ਰਾਨ ਮਾਤਰ ਉਹਨਾਂ ਕੋ ਹੀ ਆਪਣਾ ਸੰਬੰਧ ਰੱਖਦਾ ਹੈ ਮਾਇਕ ਪਦਾਰਥਾਂ ਦੇ ਨਾਲ ਜਿੰਨਾ ਉਹਦੇ ਜੀਵਨ ਨਿਰਵਾਹ ਵਾਸਤੇ ਉਹਨੂੰ ਜ਼ਰੂਰੀ ਹੁੰਦਾ ਹੈ। ਤੋ ਦੁਨਿਆਵੀ ਰਸਾਂ ਕਸਾਂ ਦਾ ਮੋਹ ਜਿਹੜਾ ਹੈ ਉਹਦੇ ਜੀਵਨ 'ਚੋਂ ਖਤਮ ਹੋ ਜਾਂਦਾ ਹੈ। ਤੋ ਮਾਇਆ ਦੇ ਮੋਹ ਦੇ ਚਿੱਕੜ ਵਿੱਚ ਨਹੀਂ ਡੁੱਬਦਾ ਤੇ ਪ੍ਰਭੂ ਪਰਮਾਤਮਾ ਦੀ ਮਿਹਰ ਦੀ ਨਿਗਾਹ ਉਸਨੂੰ ਇਸ ਜੀਵਨ ਵਿੱਚ ਹੀ ਪ੍ਰਾਪਤ ਹੋ ਜਾਂਦੀ ਹੈ। परमात्मा ਉਹਦੇ ਤੇ ਮਿਹਰ ਦੀ ਨਜ਼ਰ ਕਰਕੇ ਉਸਨੂੰ ਨਿਹਾਲ ਕਰ ਦਿੰਦਾ ਹੈ, ਉਸਨੂੰ ਮਾਇਆ ਤੋਂ ਬਚਾਈ ਰੱਖਦਾ ਹੈ। ਨਾਨਕ ਗੁਰਮੁਖ ਉਬਰੇ ਗੁਰ ਸਰਵਰ ਸੱਚੀ ਪਾਲ। ਆਖਰੀ ਪੰਕਤੀ ਚ ਗੁਰੂ ਸਾਹਿਬ ਕਹਿੰਦੇ ਹਨ ਕਿ ਗੁਰਮੁਖ ਜਿਹੜੇ ਗੁਰੂ ਦੀ ਸ਼ਰਨ ਵਿੱਚ ਪੈਂਦੇ ਹਨ ਉਭਰ ਜਾਂਦੇ ਹਨ, ਭਾਵ ਉਹ ਮਾਇਆ ਦੇ ਵਿਕਾਰਾਂ ਦੇ ਤੋਂ ਉੱਚੇ ਉੱਠ ਜਾਂਦੇ ਹਨ, ਮਾਇਆ ਰੂਪੀ ਚਿੱਕੜ ਤੋਂ ਉੱਚੇ ਰਹਿੰਦੇ ਹਨ। ਗੁਰਮੁਖ ਉਭਰੇ ਜਿਵੇਂ ਕਮਲ ਚਿੱਕੜ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਚਿੱਕੜ ਤੋਂ ਉੱਚਾ ਰਹਿੰਦਾ ਹੈ, ਉਹਨੂੰ ਮੈਲ ਨਹੀਂ ਲੱਗਦੀ, ਤਿਵੇਂ ਹੀ ਇਹ ਮਾਇਆ ਦੇ ਦੁਨੀਆ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਮਾਇਆ ਦੀ ਖਿੱਚ ਦੇ ਨਾਲ ਆਪਣੇ ਆਪ ਨੂੰ ਉਹਦੇ ਵਿੱਚ ਨਹੀਂ ਫਸਾਉਂਦੇ, ਉਹਦੇ ਤੋਂ ਉੱਚੇ ਰਹਿੰਦੇ ਹਨ, ਮਾਇਆ ਦੇ ਚਿੱਕੜ ਤੋਂ ਉੱਚਾ ਰਹਿੰਦੇ ਹਨ, ਮਾਇਆ ਦਾ ਮੋਹ ਉਹਨਾਂ ਨੂੰ ਨਹੀਂ ਫਸਾ ਸਕਦਾ। ਗੁਰ ਸਰਵਰ ਸੱਚੀ ਪਾਲ, ਕਿਉਂਕਿ ਗੁਰੂ ਦੀ ਸਿੱਖਿਆ, ਗੁਰੂ ਦਾ ਉਪਦੇਸ਼ ਰੂਪੀ ਜਿਹੜਾ ਸਰੋਵਰ ਹੈ, ਉਹ ਗੁਰੂ ਦਾ ਜਿਹੜਾ ਨਾਮ ਜਿਹੜਾ ਹੈ ਉਹ ਇੱਕ ਐਸਾ ਸਰੋਵਰ ਹੈ ਜਿਹਦੇ ਅੰਦਰ ਵਿਕਾਰਾਂ ਤੋਂ ਵਿੱਥ ਬਣਾਉਣ ਵਾਸਤੇ ਗੁਰੂ ਦੇ ਉਪਦੇਸ਼ ਰੂਪੀ ਇੱਕ ਸੱਚੀ ਦੀਵਾਰ ਉਹਦੇ ਵਿਚਕਾਰ ਖੜੀ ਹੋ ਜਾਂਦੀ ਹੈ, ਜਿਹੜੀ ਉਸ ਇਨਸਾਨ ਨੂੰ ਵਿਕਾਰਾਂ ਦੇ ਨਾਲ ਜੁੜਨ ਹੀ ਨਹੀਂ ਦਿੰਦੀ। ਪਾਲ ਦਾ ਅਰਥ ਹੁੰਦਾ ਹੈ ਦੀਵਾਰ। ਤਾਂ ਗੁਰੂ ਨਾਮ ਰੂਪੀ ਸਰੋਵਰ ਦੇ ਅੰਦਰ ਇੱਕ ਸੱਚ ਦੀ ਦੀਵਾਰ ਬਣ ਕੇ ਵਿਕਾਰਾਂ ਦੇ ਨਾਲ ਲਿਬੜਨ ਤੋਂ ਇਨਸਾਨ ਨੂੰ ਬਚਾ ਲੈਂਦਾ ਹੈ, ਜਿਹੜਾ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ। ਤੋ ਇਹਨਾਂ ਅਖੀਰਲੀਆਂ ਦੋਨਾਂ ਪੰਕਤੀਆਂ ਦੇ ਵਿੱਚ ਪਰਮਾਤਮਾ ਦੀ ਬਖਸ਼ਿਸ਼, ਗੁਰੂ ਦੀ ਜੋ ਰਹਿਮਤ ਹੈ, ਉਹਨਾਂ ਦਾ ਵਰਣਨ ਹੈ ਕਿ ਗੁਰੂ ਆਪ ਆਪਣੀ ਸ਼ਰਨ ਵਿੱਚ ਆਇਆ ਹੋਇਆਂ ਦੀ ਰੱਖਿਆ ਕਰਦਾ ਹੈ, ਵਿਕਾਰਾਂ ਤੋਂ ਬਚਾ ਕਰਦਾ ਹੈ। ਗੁਰੂ ਦਾ ਉਪਦੇਸ਼ ਇੱਕ ਐਸੀ ਦੀਵਾਰ ਦਾ ਕੰਮ ਕਰਦਾ ਹੈ, ਜਿਹੜੀ ਦੀਵਾਰ ਵਿਕਾਰਾਂ ਰੂਪੀ ਚਿੱਕੜ ਤੋਂ ਇਨਸਾਨ ਨੂੰ ਪਰੇ ਰੱਖਦੀ ਹੈ। ਮਾਨੋ ਇਸ ਤਰੀਕੇ ਦਾ ਇੱਕ ਸਰੋਵਰ ਹੈ ਜਿਹਦੇ ਇੱਕ ਪਾਸੇ ਚਿੱਕੜ ਹੈ, ਇੱਕ ਪਾਸੇ ਨਿਰਮਲ ਜਲ ਹੈ। ਤੇ ਗੁਰੂ ਇੱਕ ਉਹਨਾਂ ਦੋਵਾਂ ਦੇ ਵਿਚਕਾਰ ਇੱਕ ਦੀਵਾਰ ਬਣ ਕੇ ਆਪਣੀ ਸ਼ਰਨ ਵਿੱਚ ਪਿਆ ਹੋਇਆਂ ਨੂੰ ਨਿਰਮਲ ਜਲ ਵਾਲੇ ਸਰੋਵਰ ਦੇ ਵਿੱਚ ਹੀ ਰੱਖੀ ਰੱਖਦਾ ਹੈ ਤੇ ਚਿੱਕੜ ਵਾਲੇ ਪਾਸੇ ਜਾਣ ਤੋਂ ਬਚਾ ਲੈਂਦਾ ਹੈ। ਗੁਰੂ ਦੇ ਉਪਦੇਸ਼ ਦੀ ਐਸੀ ਇੱਕ ਦੀਵਾਰ ਹੈ ਜਿਹੜੀ ਇਨਸਾਨ ਨੂੰ ਮਾਇਆ ਦੇ ਚਿੱਕੜ ਵਿੱਚ ਫਸਣ ਤੋਂ
ਬਚਾ ਲੈਂਦੀ ਹੈ। ਤਾਂ ਉਹਨਾਂ ਦਾ ਹੱਥ ਫਿਰ ਉਸ ਮਾਇਆ ਦੇ ਚਿੱਕੜ 'ਚ ਨਹੀਂ ਫਸਦਾ ਤੇ ਪ੍ਰਮਾਤਮਾ ਦੀ ਮਿਹਰ ਦੇ ਉਹ ਪਾਤਰ ਬਣ ਜਾਂਦੇ ਹਨ। ਪ੍ਰਮਾਤਮਾ ਦੀ ਮਿਹਰ ਦੀ ਨਜ਼ਰ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਸੋ ਇਸ ਸ਼ਲੋਕ ਦੇ ਅੰਦਰ ਗੁਰੂ ਸਾਹਿਬ ਨੇ ਉਸ ਇਨਸਾਨ ਦੀ ਅਵਸਥਾ ਦਾ ਵਰਣਨ ਕੀਤਾ ਹੈ ਜਿਹੜਾ ਗੁਰੂ ਦੀ ਸ਼ਰਨ ਵਿੱਚ ਪੈ ਕੇ ਗੁਰੂ ਦੇ ਉਪਦੇਸ਼ ਨੂੰ ਜੀਵਨ ਵਿੱਚ ਧਾਰਨ ਕਰਦਾ ਹੈ, ਗੁਰੂ ਦੇ ਉਪਦੇਸ਼ ਦੀ ਕਮਾਈ ਕਰਦਾ ਹੈ, ਆਪਣੇ ਜੀਵਨ ਵਿੱਚ ਗੁਰੂ ਦੇ ਉਪਦੇਸ਼ ਦੇ ਅਨੁਸਾਰ ਹੀ ਆਪਣੇ ਸਾਰੇ ਕਰਮ ਕਰਦਾ ਹੈ। ਹਰ ਕਰਮ ਕਰਨ ਵੇਲੇ ਉਹ ਆਪਣੇ ਵਿਚਾਰਾਂ ਦੀ, ਆਪਣੀ ਸੋਚ ਦੀ, ਆਪਣੇ ਕਰਨ ਵਾਲੇ ਕੰਮਾਂ ਦੀ ਪਰਖ ਕਰਦਾ ਹੈ ਗੁਰੂ ਦੀ ਸਿੱਖਿਆ ਦੇ ਅਨੁਸਾਰ। ਐਸੇ ਕਰਮ ਕਰਨ ਵਾਲੇ ਇਨਸਾਨ ਨੂੰ ਫਿਰ ਪ੍ਰਮਾਤਮਾ ਦੀ ਯਾਦ ਉਹਦੇ ਹਿਰਦੇ ਵਿੱਚ ਟਿਕ ਜਾਂਦੀ ਹੈ, ਪ੍ਰਮਾਤਮਾ ਦਾ ਪਿਆਰ ਉਸਨੂੰ ਮਿਲਦਾ ਹੈ, ਉਹਨੂੰ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਣਾ ਪੈਂਦਾ। ਗੁਰੂ ਪਰਮੇਸ਼ਰ ਆਪ ਸਹਾਈ ਹੋ ਕੇ ਉਹਨੂੰ ਮਾਇਆ ਵੱਲੋਂ, ਮਾਇਆ ਦੇ ਚਿੱਕੜ ਵਿੱਚ ਡੁੱਬਣ ਤੋਂ ਬਚਾ ਲੈਂਦੇ ਹਨ। ਉਹਦੇ ਵਿਚਕਾਰ ਤੇ ਵਿਕਾਰਾਂ ਦੇ ਵਿਚਕਾਰ ਮਾਨੋ ਇੱਕ ਦੀਵਾਰ ਖੜੀ ਕਰ ਦਿੰਦੇ ਹਨ ਕਿ ਉਹਦਾ ਮੋਹ ਮਾਇਆ ਦੇ ਨਾਲ ਪਵੇ ਹੀ ਨਾ। ਗੁਰੂ ਆਪ ਬਖਸ਼ਿਸ਼ ਕਰਕੇ ਐਸੇ ਸ਼ਰਨ ਵਿੱਚ ਪਏ ਹੋਏ ਗੁਰਮੁਖ ਦੀ ਸੰਭਾਲ ਕਰਦਾ ਹੈ, ਉਹਦਾ ਬਚਾਅ ਕਰਦਾ ਹੈ, ਉਹਨੂੰ ਮਾਇਆ ਤੋਂ ਉੱਚਾ ਰੱਖ ਲੈਂਦਾ ਹੈ। तो इतना ही बचन प्रवान करना जी। विचार करते होइए अनेक भुलां गलतियां दी आप जी पासों क्षमा मंगते हैं जी। अज के विचार नाल संबंधित किसी का कोई सवाल या कोई कमेंट होवे तो अनम्यूट करके आप जी अपनी गल साझी कर सकते हो जी। वाहिगुरू जी का खालसा, वाहिगुरू जी की फतेह।